ਅੰਮ੍ਰਿਤ ਬਾਣੀ ਤਤ ਵਖਾਣੀ, ਅੰਮ੍ਰਿਤ ਬਾਣੀ ਤਤ ਵਖਾਣੀ, ਗਿਆਨ ਧਿਆਨ ਵਿੱਚ ਆਈ, ਗਿਆਨ ਧਿਆਨ ਵਿੱਚ ਆਈ, ਅੰਮ੍ਰਿਤ ਬਾਣੀ ਤਤ ਵਖਾਣੀ, ਬਾਣੀ ਤਤ ਵਖਾਣੀ, ਗਿਆਨ ਧਿਆਨ ਵਿੱਚ ਆਈ, ਗਿਆਨ ਧਿਆਨ ਵਿੱਚ ਆਈ, ਅੰਮ੍ਰਿਤ ਬਾਣੀ ਤਤ ਵਖਾਣੀ। कथा कहानी वेदियाणी, पाप पुण्य विचार, दे दे लेना ले ले देना, नरक सुरग अवतार, उत्तम मध्यम जाति जिनसी, हरन पवै संसार, अमृत बाणी तत वखाणी, ज्ञान ध्यान विच आई, गुरमुख आखी गुरमुख जाति, सुरती कर्म त्याई, हुक्म साज हुक्म विच रखै, हुक्म अंदर वेखै, नानक अगों मैं टुटै, ताको लिखिए लेखै, नानक अगों मैं टुटै, ताको लिखिए लेखै, ताको लिखिए लेखै, ज्ञान ज्ञान विच आई, ज्ञान ज्ञान विच आई, अमृत बाणी तत वखाणी, अमृत बाणी तत वखाणी, ज्ञान ध्यान विच आई, ज्ञान ध्यान विच आई। वाहिगुरु साहिब जीओ, अमृत बाणी तत वखाणी, ज्ञान ध्यान विच आई, गुरमुख आखी गुरमुख जाति, सुरती कर्म त्याई, अमृत बाणी तत वखाणी, ज्ञान ध्यान विच आई, गुरमुख आखी गुरमुख जाति, सुरती कर्म त्याई, हुक्म साज हुक्म विच रखै, हुक्म अंदर वेखै, नानक अगों मैं टुटै, ताको लिखिया लेखै,
ਹੁਕਮ ਸਾਜ ਹੁਕਮੈ ਵਿੱਚ ਰੱਖੈ, ਹੁਕਮੈ ਅੰਦਰ ਵੇਖੈ, ਨਾਨਕ ਅੱਗੋਂ ਹਉਮੈ ਟੁਟੈ, ਤਾਂ ਕੋ ਲਿਖਿਆ ਲਿਖੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਸਰਬ ਕਲਾ ਸਮਰੱਥ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਪਹੁੰਚ ਕੇ ਨਮਸਕਾਰ ਕਰਕੇ ਆਪ ਜੀ ਨੇ ਆਪਣੇ ਮਸਤਕ ਨੂੰ ਭਾਗਸ਼ਾਲੀ ਬਣਾਇਆ ਹੈ। ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਇਸ ਸ਼ਲੋਕ ਵਿੱਚ ਜੋ ਕਿ ਆਪਾਂ ਕੱਲ ਵੀ ਵਿਚਾਰਿਆ ਸੀ, ਗੁਰੂ ਅੰਗਦ ਦੇਵ ਜੀ ਨੇ ਬਾਣੀ ਦੀ ਵਿਆਖਿਆ ਕੀਤੀ। ਹਜ਼ੂਰ ਨੇ ਬਚਨ ਕੀਤੇ, ਸੰਸਾਰ ਵਿੱਚ ਕਈ ਬੋਲੀਆਂ ਹਨ, ਕਈ ਭਾਸ਼ਾਵਾਂ ਹਨ, ਕਈ ਗਿਆਨ ਹਨ, ਪਰ ਉਹ ਸਾਰੇ ਗਿਆਨ ਬੰਦੇ ਦੇ ਮਨ ਦੁਆਰਾ ਪੈਦਾ ਹੋਏ ਨੇ, ਮਨ ਵਿੱਚੋਂ ਆਏ ਨੇ, ਬੁੱਧੀ ਵਿੱਚੋਂ ਆਏ ਨੇ। ਉਹਨਾਂ ਦੀ ਪਹੁੰਚ ਆਤਮਾ ਤੱਕ ਨਹੀਂ ਹੈ। ਕਿਸੇ ਦਾ ਗਿਆਨ ਕਿਸੇ ਪੋਥੀ ਵਿੱਚੋਂ ਆਇਆ, ਕਿਸੇ ਦਾ ਗਿਆਨ ਉਹਦੇ ਮਨ ਵਿੱਚੋਂ ਆਇਆ ਜਾਂ ਬੁੱਧੀ ਵਿੱਚੋਂ ਆਇਆ, ਪਰ ਜਿਹੜੀ ਧੁਰ ਕੀ ਬਾਣੀ ਹੈ ਇਹ ਕਿੱਥੋਂ ਉਚਾਰਨ ਕੀਤੀ ਗਈ। ਅੱਜ ਸਤਿਗੁਰੂ ਨੇ ਬਚਨ ਕੀਤੇ, ਕਹਿੰਦੇ ਇਹਦੇ ਦੋ ਥਾਂ ਨੇ, ਗਿਆਨ ਧਿਆਨ ਵਿੱਚ ਆਈ। ਇਹ ਗਿਆਨ ਤੇ ਧਿਆਨ ਦੀ ਅਵਸਥਾ ਦੇ ਵਿੱਚੋਂ ਬਾਣੀ ਪੈਦਾ ਹੋਈ ਹੈ। ਜਦੋਂ ਧਿਆਨ ਜੁੜਿਆ ਸ਼ਬਦ ਨਾਲ ਤਾਂ ਉਹਦੇ ਵਿੱਚ ਜਿਹੜਾ ਗਿਆਨ ਸੀ, ਜਿਹੜਾ ਅਹਿਸਾਸ ਸੀ, ਜਿਹੜਾ ਤਜਰਬਾ ਹੋਇਆ, ਉਹਨੂੰ ਗੁਰੂ ਸਾਹਿਬ ਨੇ ਇੱਥੇ ਗਿਆਨ ਕਿਹਾ। ਤਾਂ ਸਾਰੇ ਗਿਆਨ ਮਨ ਵਿੱਚੋਂ ਆਏ ਨੇ, ਪਰ ਬਾਣੀ ਜਿਹੜੀ ਹੈ ਉਦੋਂ ਪੈਦਾ ਹੋਈ ਜਦੋਂ ਮਨ ਪਾਸੇ ਹੋ ਗਿਆ ਵਿੱਚੋਂ। ਹਉ ਆਪਹੁ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ। ਜਿਵੇਂ ਇਉਂ ਕਹਿ ਲਈਏ ਕਿ ਬਾਣੀ ਉਹਨਾਂ ਵਿੱਚੋਂ ਪੈਦਾ ਹੋਈ ਜਿਨ੍ਹਾਂ ਨੇ ਆਪਣੇ ਆਪ ਨੂੰ ਇੱਕ ਸਾਜ਼ ਬਣਾ ਲਿਆ, ਜਿਵੇਂ ਸਾਜੀ ਸਾਜ਼ ਨੂੰ ਵਜਾਉਂਦਾ। ਇਹ ਗੱਲ ਠੀਕ ਹੈ ਕਿ ਸੰਗੀਤ ਤੇ ਸਾਜ਼ ਵਿੱਚੋਂ ਹੀ ਨਿਕਲਦਾ, ਬੰਸਰੀ ਵਿੱਚੋਂ, ਜਾਂ ਹਾਰਮੋਨੀਅਮ ਹੈ, ਜਾਂ ਕੋਈ ਸਿਤਾਰ ਹੈ, ਜਾਂ ਕੋਈ ਗੁਰੂ ਕੇ ਸਵਾਰਿਓ ਰਬਾਬ ਹੈ, ਸਾਜ਼ ਤੇ ਉਹਦੇ ਵਿੱਚੋਂ ਨਿਕਲੇਗਾ, ਸਾਜ਼ ਦੇ ਵਿੱਚੋਂ ਧੁਨਾਂ ਨਿਕਲਣਗੀਆਂ, ਸੰਗੀਤ ਨਿਕਲੇਗਾ। ਪਰ ਗੱਲ ਇਹ ਹੈ ਵੀ ਉਹ ਸਾਜ਼ ਤੇ ਕਿਸੇ ਵਜਾਉਣ ਵਾਲੇ ਦੇ ਅੱਗੇ ਪਿਆ ਹੋਇਆ ਹੈ, ਉਹਨੇ ਉਂਗਲਾਂ ਫੇਰਨੀਆਂ ਨੇ, ਜਿਵੇਂ ਦੀਆਂ ਫੇਰੇਗਾ ਉਵੇਂ ਦਾ ਵੱਜ ਜਾਏਗਾ, ਉਹਦਾ ਆਪਣਾ ਨਹੀਂ। ਬਸ ਉਸ ਸਾਜ਼ ਵਿੱਚ ਇੱਕੋ ਹੀ ਖਾਸੀਅਤ ਹੈ। ਧਿਆਨ ਦਿਓ, ਸਿੱਖ ਦੀ ਜ਼ਿੰਦਗੀ ਵਿੱਚ ਇੱਕੋ ਹੀ ਖਾਸੀਅਤ ਹੈ, ਹੋਰ ਕੋਈ ਨਹੀਂ। ਉਹ ਆਪ ਨਹੀਂ ਵੱਜਦਾ, ਆਪ ਨਹੀਂ ਬੋਲਦਾ, ਆਪ ਨਹੀਂ ਵੇਖਦਾ। ਬਸ ਜਿਵੇਂ ਸਾਜ਼ ਪਹਿਲਾਂ ਇੱਕ ਲੱਕੜ ਸੀ, ਉਸ ਲੱਕੜ ਨੇ ਆਪਣੇ ਆਪ ਨੂੰ ਕਾਰੀਗਰ ਦੇ ਅੱਗੇ ਸਮਰਪਿਤ ਕਰ ਦਿੱਤਾ ਕਿ ਲਓ ਮੈਂ ਤੁਹਾਡੇ ਕੋਲ ਪਈ ਹਾਂ, ਇਹਨੂੰ ਜਿੱਧਰ ਦਾ ਮਰਜ਼ੀ ਚੀਰ ਲਓ, ਕੋਈ ਨਾ ਨੁਕਰ ਨਹੀਂ। ਇਹਨੂੰ ਕਹਿੰਦੇ ਨੇ ਸਿੱਖੀ ਦੀ ਆਰੰਭਤਾ ਇੱਥੋਂ ਹੁੰਦੀ ਹੈ ਕਿ ਜਦੋਂ ਸਿੱਖ ਆਪਣਾ ਤਨ, ਪਹਿਲਾਂ ਤੇ ਇਕੱਲੇ ਤਨ ਦੀ ਗੱਲ ਹੀ ਠੀਕ ਹੈ, ਕਿਉਂਕਿ ਮਨ ਤੇ ਬੜੀ ਦੂਰ ਦੀ ਗੱਲ ਹੈ, ਨਹੀਂ ਤੇ ਬੰਦਾ ਧੋਖਾ ਦੇ ਜਾਂਦਾ। ਉਹ ਕਹਿੰਦਾ ਮਨ ਸੌਂਪ ਦਿੱਤਾ ਗੁਰੂ ਨੂੰ, ਬਸ
ਛੱਡੋ ਮਨ ਦੀ ਗੱਲ, ਪਹਿਲਾਂ ਤਨ ਸੌਂਪੀਏ। ਦਿਸੇ ਤਾਂ ਸਹੀ ਸੌਂਪਿਆ ਹੈ ਕਿ ਨਹੀਂ। ਮਨ ਦੀ ਗੱਲ ਬਾਅਦ ਵਿੱਚ ਹੈ। ਉਹ ਕਿਹੜਾ ਦੂਸਰੇ ਦਾ ਵਿਸ਼ਾ, ਉਹ ਤੇ ਬੰਦੇ ਦਾ ਇੱਕ ਆਪਣਾ ਖੁਫੀਆ ਹਿੱਸਾ ਜ਼ਿੰਦਗੀ ਦਾ, ਦੂਸਰਾ ਨਹੀਂ ਵੇਖ ਸਕਦਾ ਮਨ ਸੌਂਪਿਆ ਕਿ ਨਹੀਂ। ਪਹਿਲਾਂ ਤੇ ਸਰੀਰ ਤੋਂ ਹੀ ਦਿਸੇਗਾ ਨਾ ਵੀ ਇਹ ਸਿੱਖ ਹੈ ਕਿ ਨਹੀਂ, ਇਹਨੇ ਸਰੀਰ ਵੀ ਗੁਰੂ ਨੂੰ ਦਿੱਤਾ ਹੈ ਕਿ ਨਹੀਂ। ਤਾਂ ਗੱਲ ਪਹਿਲਾਂ ਤਨ ਤੋਂ ਸ਼ੁਰੂ ਹੋਵੇਗੀ, ਸਰੀਰ ਤੋਂ, ਬਾਅਦ ਵਿੱਚ ਹੈ ਮਨ ਤੇ ਧਨ, ਜੋ ਵੀ ਹੈ ਬਾਅਦ ਵਿੱਚ। ਇਸ ਕਰਕੇ ਉਸ ਲੱਕੜ ਨੇ ਸਾਜ਼, ਉਸ ਸੰਗੀਤ ਨਹੀਂ ਨਿਕਲਦਾ ਉਹਦੇ ਵਿੱਚੋਂ, ਬਸ ਉਹਦੀ ਇੱਕ ਘਾਲਣਾ ਸੀ ਕਿ ਉਹਨੇ ਆਪਣਾ ਆਪ ਕਾਰੀਗਰ ਦੇ ਸਾਹਮਣੇ ਰੱਖ ਦਿੱਤਾ, ਲੈ ਜਿੱਧਰ ਦੇ ਮਰਜ਼ੀ ਸੁਰਾਖ ਕੱਢ ਦੇ। ਜਿਵੇਂ ਪਹਿਲਾਂ ਬਾਂਸ ਸੀ, ਕਬੀਰ ਜੀ ਨੇ ਇੱਕ ਬਚਨ ਵੀ ਕੀਤਾ ਹੈ, ਉਹਨਾਂ ਨੇ ਇੱਕ ਬੜਾ ਪਿਆਰਾ ਬਚਨ ਕੀਤਾ, ਕਿਉਂਕਿ ਅਸੀਂ ਕਈ ਵਾਰੀ ਕਹਿ ਦਿੰਦੇ ਹਾਂ ਸਾਰਾ ਕੁਝ ਤੇ ਗੁਰੂ ਨੇ ਕਰਨਾ ਹੈ। ਉਹਨਾਂ ਨੇ ਇੱਕ ਉਦਾਹਰਨ ਦਿੱਤੀ, ਕਹਿਣ ਲੱਗੇ ਤੁਸੀਂ ਵੇਖਿਆ ਹੋਵੇਗਾ ਬੰਸਰੀ ਕਿੰਨੀ ਸੁੰਦਰ ਵੱਜਦੀ ਹੈ, ਪਰ ਉਹ ਬੰਸਰੀ ਜਿਹੜੀ ਹੈ ਪਹਿਲਾਂ ਬਾਂਸ ਸੀ, ਉਹਦੇ ਵਿੱਚ ਇੱਕੋ ਹੀ ਸੁਰਾਖ ਸੀ, ਇੱਕ ਪਾਸਿਓਂ ਫੂਕ ਮਾਰੋ ਤੇ ਦੂਜੇ ਪਾਸਿਓਂ ਨਿਕਲ ਜਾਂਦੀ ਸੀ, ਕੋਈ ਸੰਗੀਤ ਨਹੀਂ ਸੀ ਨਿਕਲਦਾ, ਕਿਸੇ ਕੰਮ ਦੀ ਨਹੀਂ ਸੀ ਬਿਲਕੁਲ। ਤੇ ਭਗਤ ਜੀ ਨੇ ਬਚਨ ਕੀਤੇ, ਉਹ ਬੰਦਾ ਬਾਂਸ ਵਰਗਾ ਹੈ ਜਿਹੜਾ ਗੁਰੂ ਨੂੰ ਆਪਣਾ ਆਪ ਨਹੀਂ ਸੌਂਪਦਾ। ਫਿਰ ਉਹ ਬਾਂਸ ਜਿਹੜਾ ਹੈ, ਪੋਰੀ ਜਿਹੜੀ ਬਾਂਸ ਦੀ ਛੋਟੀ ਜਿਹੀ, ਕਾਰੀਗਰ ਕੋਲ ਆ ਗਈ ਤੇ ਉਹਨੇ ਉਹਦੇ ਵਿੱਚ ਸੁਰਾਖ ਕੱਢੇ, ਤੇ ਜਦੋਂ ਸੁਰਾਖ ਨਿਕਲਣ ਤੁਹਾਨੂੰ ਪਤਾ ਦਰਦ ਤੇ ਹੁੰਦੀ ਹੋਈ ਹੈ। ਇਸ ਕਰਕੇ ਸਿੱਖੀ ਕੁਝ ਦਰਦ ਦਾ ਵੀ ਹਿੱਸਾ ਹੈ, ਇਹਦੇ ਵਿੱਚ ਕੋਈ ਪੀੜਾ ਵੀ ਹੈ, ਕਿਉਂਕਿ ਜਦੋਂ ਵੀ ਕੋਈ ਚੀਜ਼ ਨਵੀਂ ਬਣਦੀ ਉਹ ਪੀੜਾ ਦੇ ਵਿੱਚੋਂ ਲੰਘ ਕੇ ਬਣਦੀ ਹੈ। ਦਰਦ ਉਹਨੂੰ ਸਹਿਣਾ ਹੀ ਪੈਂਦਾ ਹੈ, ਸੱਟਾਂ ਉਹਨੂੰ ਸਹਿਣੀਆਂ ਹੀ ਪੈਂਦੀਆਂ ਨੇ। ਉਸ ਬੰਸਰੀ ਨੇ ਆਪਣੇ ਆਪ ਨੂੰ ਜਦੋਂ ਸੌਂਪਿਆ ਤੇ ਕਾਰੀਗਰ ਨੇ ਉਹਦੇ ਵਿੱਚ ਸੁਰਾਖ ਕੱਢੇ, ਫਿਰ ਉਹਦਾ ਅੱਗੋਂ ਮੂੰਹ ਵੀ ਬੰਦ ਕਰ ਦਿੱਤਾ, 7 ਸੁਰਾਖ ਕੱਢ ਦਿੱਤੇ। ਹੁਣ ਉਹ ਹੀ ਬਾਂਸ ਵੱਜਦਾ ਹੈ, ਪਹਿਲਾਂ ਉਹ ਬਾਂਸ ਸੀ ਇਕੱਲਾ। ਤੇ ਕਬੀਰ ਜੀ ਨੇ ਬਚਨ ਕੀਤੇ, ਕਹਿੰਦੇ ਕਬੀਰ ਸਾਚਾ ਸਤਿਗੁਰ ਕਿਆ ਕਰੈ, ਜੋ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲੱਗਈ, ਜਿਉ ਬਾਂਸ ਵਜਾਈਐ ਫੂਕ। ਜਿਵੇਂ ਬਾਂਸ ਵਿੱਚ ਫੂਕ ਮਾਰੀ ਜਾਓ, ਇੱਕ ਪਾਸਿਓਂ ਪਾਈ ਤੇ ਦੂਜੇ ਪਾਸਿਓਂ ਨਿਕਲ ਗਈ, ਸੰਗੀਤ ਕੋਈ ਨਾ ਬਣਿਆ, ਰਾਗ ਕੋਈ ਨਾ ਨਿਕਲਿਆ। ਫਿਰ ਉਹਨੇ ਵਿੱਚ ਜਦੋਂ ਕਾਰੀਗਰਤਾ ਆ ਗਈ, ਨਿਪੁੰਨਤਾ ਆ ਗਈ, ਸੁਰਾਖ ਨਿਕਲ ਆਏ, ਤੇ ਫਿਰ ਵਜਾਉਣ ਵਾਲਾ ਵੀ ਹੋਰ। ਬੰਸਰੀ ਨਹੀਂ ਵੱਜਦੀ, ਉਹ ਕਦੀ ਨਹੀਂ ਦਾਅਵਾ ਕਰੇਗੀ ਮੈਂ ਵੱਜਣੀ ਆ। ਬਸ ਇਸ ਤਰ੍ਹਾਂ ਦਾ ਕੁਝ ਜੋੜ ਮੇਲਾ ਜਿਹਾ ਗੁਰੂ ਤੇ ਸਿੱਖ ਦੇ ਜੀਵਨ ਦਾ। ਇਹਨੂੰ ਸਮਝਣਾ ਬਹੁਤਾ ਔਖਾ ਵੀ ਨਹੀਂ ਤੇ ਬਹੁਤਾ ਸੌਖਾ ਵੀ ਨਹੀਂ। ਸਿੱਖ ਤੇ ਗੁਰੂ ਦਾ ਜੋੜ ਇਸ ਤਰ੍ਹਾਂ ਦਾ ਜਿਵੇਂ ਬੰਸਰੀ ਦਾ ਤੇ ਕਾਰੀਗਰ ਦਾ ਤੇ ਵਜਾਉਣ ਵਾਲੇ ਦਾ, 3 ਚੀਜ਼ਾਂ ਦਾ। ਉਹ ਆਪਣੇ ਆਪ ਨੂੰ ਸੌਂਪੇ, ਕਾਰੀਗਰ ਉਹਦੇ ਵਿੱਚ ਆਪਣੀ ਕਾਰੀਗਰਤਾ ਭਰ ਦੇਵੇ, ਸੁਰਾਖ ਕੱਢ ਦੇਵੇ, ਤੇ ਫਿਰ ਸੰਗੀਤਕਾਰ ਉਹਨੂੰ ਲਾ ਕੇ ਮੂੰਹ ਤੇ ਉਂਗਲਾਂ ਰੱਖੇ ਸੁਰਾਖਾਂ ਦੇ, ਫਿਰ ਉਹਦੇ ਵਿੱਚੋਂ ਨਿਕਲੇਗੀ ਸੁਰ, ਨਿਕਲੇਗੀ ਉਹਦੇ ਵਿੱਚੋਂ ਸੰਗੀਤ ਨਿਕਲੇਗਾ। ਇਸ ਤਰ੍ਹਾਂ ਜਦੋਂ ਕੋਈ ਮਨੁੱਖ ਆਪਣੀ ਜ਼ਿੰਦਗੀ ਗੁਰੂ ਨੂੰ ਸੌਂਪਦਾ ਹੈ, ਧਿਆਨ ਦਿਓ, ਜਿੰਨਾ ਚਿਰ ਨਹੀਂ ਸੌਂਪਿਆ ਕੋਈ ਸੁਰਾਖ ਨਹੀਂ ਨਿਕਲੇਗਾ, ਕੋਈ ਸੰਗੀਤ ਨਹੀਂ ਨਿਕਲੇਗਾ। ਵੈਸੇ ਤਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਇਹ ਬਚਨ ਕਿਹਾ ਹੈ ਕਿ ਬੰਦੇ ਨੂੰ ਜਨਮ ਦਿੱਤਾ ਰੱਬ ਨੇ ਕਾਹਦੇ ਵਾਸਤੇ? ਇੱਕ ਉਹਨੇ ਸੁਰ ਤਾਲ ਦੇ ਵਿੱਚ ਗੀਤ ਗਾਉਣਾ ਹੈ, ਸੁਰ ਤਾਲ ਵਿੱਚ। ਇੱਥੇ ਭੇਜਿਆ ਤਾਂ ਗਿਆ ਵੀ ਪਹਿਲਾਂ ਸਿੱਖ, ਇੱਥੋਂ ਸਿੱਖ ਵੀ ਜ਼ਿੰਦਗੀ ਦਾ ਗੀਤ ਕਿਵੇਂ ਗਾਉਣਾ ਹੈ, ਔਰ ਜਦੋਂ ਜ਼ਿੰਦਗੀ ਦਾ ਗੀਤ ਗਾਉਣਾ ਹੈ ਤਾਂ ਉਹਦੇ ਵਾਸਤੇ ਪਹਿਲਾਂ ਸਿੱਖ, ਜੇ ਤੇ ਤੂੰ ਸੁਰ ਤਾਲ ਨੂੰ ਠੀਕ ਕਰ ਗਿਆ ਤੇ ਫਿਰ ਤਾਂ ਤੂੰ ਬਣ ਜਾਏਗਾ ਸੁਰ। ਗੁਰਬਾਣੀ ਵਿੱਚ ਸੁਰ ਨੂੰ ਆਖਿਆ ਦੇਵਤਾ। ਤੁਸੀਂ ਆਨੰਦ ਸਾਹਿਬ ਪੜ੍ਹਦੇ ਹੋ, ਗੁਰੂ ਅਮਰਦਾਸ ਜੀ ਕਹਿੰਦੇ ਨੇ ਸੁਰ ਨਰ। ਕੁਝ ਨਰ ਜਿਹੜੇ ਨੇ ਸੁਰ ਹੋ ਜਾਂਦੇ ਨੇ। ਸੁਰ ਦਾ ਮਤਲਬ
ਤਰਤੀਬ ਆ ਜਾਂਦੀ ਉਹਨਾਂ ਵਿੱਚ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ। ਇਹ ਸਾਰੇ ਲੋਕ ਕੀ ਖੋਜ ਰਹੇ ਨੇ, ਇਹ ਹੁਣ ਅਸੀਂ ਵੇਖਣਾ ਹੈ। ਗੁਰੂ ਸਾਹਿਬ ਨੇ ਤੇ ਇਹਨਾਂ ਸਾਰਿਆਂ ਦਾ ਨਾਂ ਲੈ ਦਿੱਤਾ ਵੀ ਇਹਨਾਂ ਨੂੰ ਖੋਜਣਾ ਕੀ ਚਾਹੀਦਾ। ਸੁਰ ਦੇ ਅਰਥ ਨੇ ਦੇਵਤੇ, ਨਰ ਦੇ ਅਰਥ ਨੇ ਮਨੁੱਖ, ਮੁਨ ਜਨ, ਜਨ ਦਾ ਅਰਥ ਹੈ ਸੇਵਕ, ਮੁਨ ਦਾ ਅਰਥ ਹੈ ਮੁਨੀ। ਇਹਨਾਂ ਨੂੰ ਕੀ ਕਰਨਾ ਚਾਹੀਦਾ, ਕਾਹਦੀ ਖੋਜ ਕਰਨੀ ਚਾਹੀਦੀ? ਕਹਿੰਦੇ ਅੰਮ੍ਰਿਤ ਖੋਜਦੇ। ਇਹਨਾਂ ਨੂੰ ਅੰਮ੍ਰਿਤ ਖੋਜਣਾ ਚਾਹੀਦਾ ਜਾਂ ਕੁਝ ਖੋਜ ਰਹੇ ਨੇ ਭਾਗਾਂ ਵਾਲੇ। ਸੋ ਅੰਮ੍ਰਿਤ ਗੁਰ ਤੇ ਪਾਇਆ। ਇਹਦੇ ਤੋਂ ਪਹਿਲਾਂ ਇੱਕ ਬਚਨ ਕੀਤਾ ਕਿ ਫਿਰੈ ਜਿਉਂ ਬੇਤਾਲਿਆ। ਕੁਝ ਲੋਕ ਜਿਹੜੇ ਬੇਤਾਲੇ ਨੇ ਉਹਨਾਂ ਨੂੰ ਸੁਰ ਵਿੱਚ ਜਿਉਣਾ ਨਹੀਂ ਆਉਂਦਾ, ਉਹਨਾਂ ਦੀ ਜ਼ਿੰਦਗੀ ਸੁਰ ਸਾਜ ਵਿੱਚ ਨਹੀਂ ਹੈ, ਉਹਦੇ ਤੋਂ ਰਹਿਤ ਹੈ। ਤਾਂ ਕਹਿਣ ਤੋਂ ਭਾਵ ਕੀ ਕਿ ਗੁਰੂ ਤੇ ਸਿੱਖ ਦਾ ਮੇਲ ਹੈ ਸਾਜ ਅਤੇ ਸਾਜ ਦੇ ਵਜਾਉਣ ਵਾਲੇ ਦਾ। ਗੁਰੂ ਸਾਹਿਬ ਨੇ ਬਚਨ ਕੀਤਾ, ਕਹਿੰਦੇ ਬਾਣੀ ਉਹਨਾਂ ਵਿੱਚ, ਉਹਨਾਂ ਦੇ ਰਾਹੀਂ ਪ੍ਰਗਟ ਹੋਈ ਧਰਤੀ ਤੇ, ਗਿਆਨ ਧਿਆਨ ਵਿੱਚ ਆਈ, ਉਹਨਾਂ ਸਰੀਰਾਂ ਦੇ ਰਾਹੀਂ ਰੱਬ ਬੋਲ ਪਿਆ। ਵੈਸੇ ਤਾਂ ਸਿੱਧਾ ਬੋਲ ਨਹੀਂ ਸਕਦਾ ਉਹ, ਤੇ ਗੁਰਬਾਣੀ ਨੂੰ ਜਦੋਂ ਪੜ੍ਹੀਏ ਕਹਿੰਦੇ ਨੇ ਰੱਬ ਨੇ ਇਸ ਵਾਸਤੇ ਸੰਸਾਰ ਬਣਾਇਆ ਸੀ ਕਿ ਉਹ ਸੁੰਨ ਸਮਾਧੀ ਵਿੱਚ ਸੀ। ਪਹਿਲਾਂ ਨਾ ਬੋਲਦਾ ਸੀ, ਨਾ ਵਹਿੰਦਾ ਸੀ, ਨਾ ਕੁਝ ਖਾਂਦਾ ਸੀ, ਨਾ ਕੰਮ ਕਰਦਾ ਸੀ, ਨਾ ਸੋਚਦਾ ਸੀ। ਸੁੰਨ ਸਮਾਧੀ ਦੇ ਵਿੱਚ ਜੁਗ 36 ਕੀਓ ਗੁਬਾਰ, ਪਹਿਲਾਂ ਚੁੱਪ ਸੀ ਬਿਲਕੁਲ, ਕਿਉਂਕਿ ਉਹਦੇ ਵਿੱਚ ਨਾ ਉਹਦੇ ਕੋਲ ਸਰੀਰ ਕੋਈ ਨਹੀਂ ਸੀ, ਨਿਰਾ ਆਕਾਰ ਸੀ, ਆਕਾਰ ਤੋਂ ਰਹਿਤ ਸੀ। ਉਹਨੇ ਸੋਚਿਆ ਕਿ ਮੈਨੂੰ ਬੋਲਣਾ ਚਾਹੀਦਾ ਹੈ, ਮੈਂ ਕੋਈ ਆਪਣਾ ਇਹੋ ਜਿਹਾ ਸਿਸਟਮ ਬਣਾਵਾਂ ਕਿ ਮੈਂ ਬੋਲਾਂ। ਫਿਰ ਉਹਨੇ ਸੰਸਾਰ ਰਚ ਦਿੱਤਾ, ਤੇ ਸੰਸਾਰ ਜਦੋਂ ਰਚਿਆ ਉਹਦੇ ਵਿੱਚ ਵੜ ਕੇ ਬੈਠ ਗਿਆ। ਇਹ ਜਗ ਸੱਚੇ ਕੀ ਹੈ, ਕੋਠੜੀ ਸੱਚੇ ਕਾ ਵਿੱਚ ਵਾਸ, ਵਿੱਚ ਬੈਠ ਗਿਆ। ਤੇ ਬਣਾਇਆ ਇਸ ਆਸ ਕਰਕੇ ਸੀ ਬੰਦੇ ਨੂੰ ਕਿ ਇਹਦੇ ਰਾਹੀਂ ਮੈਂ ਬੋਲਾਂਗਾ, ਇਹਦੇ ਰਾਹੀਂ ਬਾਹਰ ਵੇਖਾਂਗਾ, ਇਹਦੇ ਰਾਹੀਂ ਕੁਝ ਸਵਾਦ ਚਖਾਂਗਾ ਖਾਣ ਦਾ, ਕੁਝ ਸੁਣਾਂਗਾ, ਕੋਈ ਕੰਮ ਕਰਾਂਗਾ ਇਹਦੇ ਰਾਹੀਂ। ਤਾਂ ਹੀ ਉਹਨੂੰ ਸਿਰਜਣਹਾਰ ਕਿਹਾ। ਤੁਸੀਂ ਬਾਣੀ ਵਿੱਚ ਸ਼ਬਦ ਸੁਣੋਗੇ ਕਿ ਪਰਮਾਤਮਾ ਨੂੰ ਸਿਰਜਣਹਾਰ ਕਿਹਾ ਹੈ। ਸਿਰਜਣਹਾਰ ਦਾ ਮਤਲਬ ਜਿਹੜਾ, ਜਿਵੇਂ ਕੋਈ ਕਾਰੀਗਰ ਮਕਾਨ ਬਣਾਉਂਦਾ ਉਹਨੂੰ ਕਹਿੰਦੇ ਮਕਾਨ ਸਿਰਜ ਰਿਹਾ, ਕਰਤਾ ਹੈ, ਕੰਮ ਕਰ ਰਿਹਾ। ਪਰਮਾਤਮਾ ਕੰਮ ਕਰਨਾ ਚਾਹੁੰਦਾ ਸੀ, ਪਰ ਜਿਉਂ-ਜਿਉਂ ਬੰਦੇ ਦੇ ਮਨ ਦਾ ਵਿਕਾਸ ਹੋਇਆ, ਮਨ ਵੱਡਾ ਹੋ ਗਿਆ, ਤੇ ਮਨ ਨੇ ਪਰਮਾਤਮਾ ਨੂੰ ਅੰਦਰੋਂ ਇਨਕਾਰ ਕਰ ਦਿੱਤਾ। ਕਹਿਣ ਲੱਗਾ ਤੂੰ ਨਹੀਂ ਬੋਲ ਸਕਦਾ, ਹੁਣ ਮੈਂ ਬੋਲਾਂਗਾ। ਅੰਦਰ ਇੱਕ ਮਨ ਸੀ ਨਾ ਛੋਟਾ ਜਿਹਾ ਦਿੱਤਾ, ਤੇ ਮਨ ਨੂੰ ਅਧਿਕਾਰ ਜ਼ਿਆਦੇ ਦੇ ਦਿੱਤੇ ਬੰਦੇ ਨੇ। ਮਨ ਨੇ ਕਿਹਾ ਤੂੰ ਨਹੀਂ ਬੋਲ ਸਕਦਾ। ਮਨ ਤੇ ਇਕੱਲਾ ਇਸ ਤਰ੍ਹਾਂ ਸੀ ਜਿਵੇਂ ਤੁਸੀਂ ਦੀਵਾਨ ਵਿੱਚ ਆਉਂਦੇ ਹੋ ਤੇ ਇੱਥੇ ਇੱਕ ਕਿਸੇ ਨੇ ਆ ਕੇ ਵਿਖਿਆਨ ਕਰਨਾ ਹੁੰਦਾ 2 ਘੰਟੇ, ਤੇ ਇੱਕ ਨੂੰ ਆਪਾਂ ਕਹਿੰਦੇ ਆ ਜਿਹੜਾ ਸਟੇਜ ਸੈਕਟਰੀ ਹੈ, ਜਿਹਨੇ ਸਟੇਜ ਦਾ ਸੰਚਾਲਨ ਕਰਨਾ ਹੈ, ਉਹਨੇ ਬੋਲਣਾ ਵੀ ਹੁਣ ਇਹ ਕਿੰਨਾ ਚਿਰ ਬੋਲਣਗੇ। ਪਰ ਕਈ ਵਾਰੀ ਇਸ ਤਰ੍ਹਾਂ ਹੁੰਦਾ ਵੀ ਸਟੇਜ ਸੈਕਟਰੀ ਜਿਹੜਾ ਹੈ ਉਹ ਬੋਲਣ ਵਾਲੇ ਦਾ ਟਾਈਮ ਆਪ ਖਾ ਜਾਂਦਾ ਹੈ, ਆਪ ਖਾ ਜਾਂਦਾ ਤੇ ਉਹਨੂੰ ਬੋਲਣ ਨਹੀਂ ਦਿੰਦਾ। ਮਨ ਜਿਹੜਾ ਸੀ ਸਾਡਾ ਜਾਂ ਸਾਡੀ ਹਉਮੈ ਸੀ, ਉਹ ਤੇ ਕੇਵਲ ਸੰਚਾਲਕ ਸੀ ਸਰੀਰ ਦੀ, ਇਸ ਸਰੀਰ ਦੀ ਸੈਕਟਰੀ ਸੀ ਮਨ ਸਾਡਾ। ਪਰ ਸੈਕਟਰੀ ਨੇ ਕਿਹਾ ਹੁਣ ਬੁਲਾਰੇ ਨੂੰ ਨਹੀਂ ਬੋਲਣ ਦੇਣਾ, ਰੱਬ ਨੂੰ ਨਹੀਂ ਬੋਲਣ ਦੇਣਾ, ਲਗਾਤਾਰ ਮੈਂ ਹੀ ਬੋਲਾਂਗਾ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਮਨ ਅੰਤਰ ਸਭ ਕੋਈ ਬੋਲੇ। ਮਨ ਵਿੱਚ ਸਾਰੇ ਲੋਕ ਬੋਲ ਰਹੇ ਨੇ, ਚੁੱਪ ਕਰਾ ਦਿਓ ਉਹਨਾਂ ਨੂੰ। ਮਨ ਅੰਤਰ ਸਭ ਕੋਈ ਬੋਲੇ। ਚਲੋ ਮਨ ਵਿੱਚ ਕੋਈ ਬੋਲੇ, ਚਲੋ ਫਿਰ ਵੀ ਸਰ ਜਾਏ। ਹੁਣ ਇੱਧਰ ਪਤਾ ਨਹੀਂ, ਮੈਨੂੰ ਸਮਝ ਨਹੀਂ ਆ ਰਹੀ ਵੀ ਇੱਥੇ ਦਰਬਾਰ ਦੇ ਵਿੱਚ ਬੈਠ ਕੇ ਕਿਹੜਾ ਸਰੀਰ ਹੈ
ਇਹ ਵਾਰ-ਵਾਰ ਕਹਿਣਾ ਵੀ ਨਹੀਂ ਚੰਗਾ ਲੱਗਦਾ, ਪਰ ਇੰਨੇ ਦਿਨਾਂ ਤੋਂ ਸਮਝ ਨਹੀਂ ਆਈ ਵੀ ਇਹਨੇ ਹੁਣ ਇੱਕ ਵਿਚਾਰ ਚੱਲਦੀ ਏ, ਜੇ ਆਪਾਂ ਬੋਲਣਾ ਹੈ ਤੇ ਬਹੁਤ ਖੁੱਲਾ ਥਾਂ ਹੈ ਬਾਹਰ, ਉੱਥੇ ਆਪਾਂ ਬਾਹਰ ਗੱਲਬਾਤ ਕਰ ਸਕਨੇ ਹਾਂ, ਕੋਈ ਵੱਡੀ ਗੱਲ ਨਹੀਂ। ਹੁਣ ਇਹ ਕੋਈ ਜੇ ਮੈਂ ਵੀ ਇੱਧਰ ਉੱਧਰ ਖਿਲਰ ਕੇ ਬੋਲਣਾ ਹੋਵੇ ਤਾਂ ਮੈਨੂੰ ਵੀ ਪਰਵਾਹ ਨਹੀਂ। ਮੇਰਾ ਇੱਕ ਮਤਲਬ ਹੈ ਵੀ ਹਜ਼ਾਰਾਂ ਲੋਕਾਂ ਨੇ ਸੁਣਨਾ ਹੈ, ਕੋਈ ਗੱਲ ਤਰਤੀਬ ਵਿੱਚ ਕਰ ਲਈਏ ਬਹਿ ਕੇ। ਇਸ ਲਈ ਇਹ ਬੇਨਤੀ ਹੈ ਕਿ ਇੱਥੇ ਜਿਹੜੇ ਸਰੀਰ ਆਉਂਦੇ ਨੇ ਕਿਰਪਾ ਕਰਨ, ਪਰ ਅਨੁਸ਼ਾਸਨ ਦੇ ਵਿੱਚ ਰਹਿਣ। ਕੋਈ ਇਸ ਤਰ੍ਹਾਂ ਦੀ ਬੋਲਣਾ ਚਾਲਣਾ ਜਾਂ ਮੋਬਾਈਲ ਆਦਿਕ ਨਾ ਇੱਥੇ ਚੱਲੇ, ਤਾਂ ਇਹ ਧਿਆਨ ਰੱਖਣਾ ਚਾਹੀਦਾ ਹੈ। ਤਾਂ ਮੈਂ ਬੇਨਤੀ ਸਾਂਝੀ ਕਰ ਰਿਹਾ ਸੀ, ਧਿਆਨ ਦਿਓ, ਇਕਾਗਰ ਕਰੋ ਮਨ ਨੂੰ। ਤਾਂ ਬਾਣੀ ਜਿਹੜੀ ਹੈ ਉਹਨਾਂ ਭਗਤਾਂ ਦੇ ਰਾਹੀਂ ਪ੍ਰਗਟ ਹੋਈ। ਅੱਜ ਵਿਸ਼ਾ ਬਾਣੀ ਦਾ ਹੈ। ਗੁਰੂ ਸਾਹਿਬ ਕਹਿੰਦੇ ਨੇ ਅੰਮ੍ਰਿਤ ਬਾਣੀ ਤਤ ਬਖਾਣੀ, ਔਰ ਸਤਿਗੁਰੂ ਨੇ ਸਭ ਤੋਂ ਜ਼ਿਆਦਾ ਪਿਆਰ ਬਾਣੀ ਨੂੰ ਕੀਤਾ ਹੈ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਇੱਕ ਬਚਨ ਕਹਿੰਦੇ ਨੇ, ਭਾਵੇਂ ਉਹਨਾਂ ਨੇ ਕਈ ਕੁਝ ਬਣਾਇਆ, ਤੁਹਾਨੂੰ ਪਤਾ ਹੈ ਗੁਰੂ ਅਰਜਨ ਦੇਵ ਜੀ ਨੇ ਕਿੰਨੇ ਅਸਥਾਨ ਬਣਾਏ ਨੇ, ਕਿੰਨੇ ਗੁਰਦੁਆਰੇ ਬਣਾਏ ਨੇ, ਗੁਰੂ ਧਾਮ ਬਣਾਏ ਨੇ, ਕਿੰਨੇ ਥਾਵਾਂ ਤੇ ਖੂਹ ਲਵਾਏ ਨੇ, ਕਿੰਨਾ ਕੁਝ ਕੀਤਾ ਹੈ, ਸਰੋਵਰ ਬਣਾਏ ਨੇ। ਪਰ ਇੱਕ ਦਿਨ ਕਿਸੇ ਨੇ ਪੁੱਛਿਆ ਸੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ, ਤੁਹਾਨੂੰ ਇੱਥੇ ਧਰਤੀ ਵਿੱਚ ਬੜਾ ਕੁਝ ਹੈ, ਸਾਰਿਆਂ ਤੋਂ ਪਿਆਰੀ ਚੀਜ਼ ਕਿਹੜੀ ਲੱਗਦੀ, ਸਭ ਤੋਂ ਵਧੀਆ ਕੀ ਲੱਗਦਾ ਹੈ? ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਕਿਹਾ, ਕਹਿੰਦੇ ਸਾਨੂੰ ਸਭ ਤੋਂ ਜ਼ਿਆਦਾ ਪਿਆਰੀ ਬਾਣੀ ਲੱਗਦੀ ਹੈ। ਇਹ ਸ਼ਬਦ ਵੀ ਆਉਂਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ। ਉਹ ਕਹਿੰਦੇ ਨੇ ਹਮਾਰੀ ਪਿਆਰੀ ਅੰਮ੍ਰਿਤ ਧਾਰੀ। ਇੱਥੇ ਅੰਮ੍ਰਿਤ ਧਾਰੀ ਦਾ ਮਤਲਬ ਬਾਣੀ ਹੈ, ਜਿਹਦੇ ਵਿੱਚ ਅੰਮ੍ਰਿਤ ਪਿਆ ਹੋਇਆ। ਕੱਢਣਾ ਸਿੱਖ ਨੇ ਆਪ ਹੈ, ਗੁਰਬਾਣੀ ਵਿੱਚ ਹੀ ਹੈ ਅੰਮ੍ਰਿਤ। ਧਿਆਨ ਦਿਓ, ਇੱਥੇ ਅੰਮ੍ਰਿਤ ਧਾਰੀ ਸ਼ਬਦ ਆਇਆ ਹੈ। ਅਸੀਂ ਕਈ ਵਾਰੀ ਕਹਿੰਦੇ ਆ ਵੀ ਫਲਾਣਾ ਬੰਦਾ ਅੰਮ੍ਰਿਤ ਧਾਰੀ ਹੈ। ਅੰਮ੍ਰਿਤ ਧਾਰੀ ਕਿਵੇਂ ਹੋਇਆ, ਕਾਹਦੇ ਨਾਲ ਹੋਇਆ ਅੰਮ੍ਰਿਤ ਧਾਰੀ? ਅੰਮ੍ਰਿਤ ਧਾਰੀ ਤਾਂ ਹੋਇਆ ਕਿ ਉੱਥੇ 5 ਬਾਣੀਆਂ ਪੜੀਆਂ ਗਈਆਂ, ਉੱਥੇ ਮੂਲ ਮੰਤਰ ਪੜਿਆ ਗਿਆ, ਉੱਥੇ ਵਾਹਿਗੁਰੂ ਸ਼ਬਦ ਵਾਰ-ਵਾਰ ਉਚਾਰਿਆ ਗਿਆ, ਤਾਂ ਉਹ ਅੰਮ੍ਰਿਤ ਕਾਹਦੇ ਨਾਲ ਬਣਿਆ? ਬਾਣੀ ਨਾਲ ਬਣਿਆ। ਇਸ ਕਰਕੇ ਬਾਣੀ ਤੋਂ ਬਿਨਾਂ ਜੇ ਕੋਈ ਅੰਮ੍ਰਿਤ ਧਾਰੀ ਆਪਣੇ ਆਪ ਨੂੰ ਕਹਿੰਦਾ ਹੈ ਤੇ ਕਿਤੇ ਕੋਈ ਗੁੱਸਾ ਨਾ ਕਰੇ, ਪਖੰਡ ਹੋ ਸਕਦਾ ਹੈ, ਖੋਜ ਲੈਣਾ ਚਾਹੀਦਾ। ਅੰਮ੍ਰਿਤ ਧਾਰੀ ਹੈ, ਬਾਣੀ ਨਹੀਂ ਪੜ੍ਹਦਾ। ਜਾਂ ਹੁਣ ਇੱਕ ਹੋਰ ਬਹਾਨਾ ਹੋਵੇਗਾ, ਬਾਣੀ ਪੜ੍ਹਨੀ ਨਹੀਂ ਆਉਂਦੀ, ਤਾਂ ਉਹਦਾ ਸਮਾਂ ਉਹਨਾਂ ਲਾਵੇ ਜਿੰਨਾ ਕਿ ਨਿਤਨੇਮ ਦਾ ਸਮਾਂ ਲੱਗਦਾ। ਉਹ ਮੂਲ ਮੰਤਰ, ਗੁਰ ਮੰਤਰ ਸ਼ਬਦ ਜਿਹੜਾ ਉਹਦਾ ਜਾਪ ਕਰ ਸਕਦਾ ਹੈ, ਜਾਂ ਬਾਣੀ ਨੂੰ ਸੁਣ ਸਕਦਾ ਕਿਤੇ। ਬੜੇ ਸਾਧਨ ਨੇ। ਤਾਂ ਅੰਮ੍ਰਿਤ ਬਾਣੀ ਦੇ ਅੰਦਰ ਹੈ, ਇਹਦੇ ਵਿੱਚੋਂ ਹੀ ਮਿਲਣਾ ਹੈ। ਤੇ ਇੱਕ ਦਿਨ ਨਹੀਂ ਛਕਣਾ, ਸਿਰਫ ਬਾਣੀ ਵਿੱਚੋਂ ਅੰਮ੍ਰਿਤ ਕੱਢਣਾ ਸਿੱਖ ਨੇ। ਉਹ ਤੇ ਇੱਕ ਦਿਨ ਸਿਰਫ ਜਾਚ ਦੱਸੀ ਗਈ ਸੀ ਨਾ, ਕਲਾਸ ਲੱਗੀ। 5 ਪਿਆਰਿਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕਲਾਸ ਲਾ ਕੇ ਸਾਰੀ ਗੱਲ ਸਮਝਾ ਦਿੱਤੀ ਬਈ ਆਹ ਤੁਹਾਨੂੰ ਕੱਢ ਕੇ ਵਿਖਾਉਣੇ ਅੰਮ੍ਰਿਤ ਕਿਵੇਂ ਬਣਾਉਣਾ ਹੈ, ਇਸ ਤਰ੍ਹਾਂ ਬਣਾਉਣਾ ਹੈ। ਇੱਥੇ ਖੰਡਾ ਤੇ ਬਾਟਾ ਹੈ। ਹੁਣ ਕੱਲ ਨੂੰ ਤੁਸੀਂ ਜਾਣਾ ਹੈ ਤੇ ਇਹ 5 ਬਾਣੀਆਂ, ਉੱਥੇ ਖੰਡੇ ਬਾਟੇ ਦੀ ਲੋੜ ਨਹੀਂ ਪਏਗੀ। ਸਰੀਰ ਨੂੰ ਬਣਾ ਲੈਣਾ ਬਾਟਾ। ਆਪਾਂ ਕਹਿੰਦੇ ਹਾਂ ਨਾ, ਜਦੋਂ ਅੰਮ੍ਰਿਤ ਛਕਾਇਆ ਜਾਂਦਾ ਹੈ ਉਦੋਂ ਇੱਕ ਗੱਲ ਇਹ ਵੀ ਕਹੀ ਜਾਂਦੀ, ਪੱਕੀ ਕਰਾਈ ਜਾਂਦੀ ਹੈ ਕਿ ਇਹ ਜਿਹੜਾ ਬਾਟਾ ਹੈ ਨਾ ਤੇ ਖੰਡਾ ਇਹਦੇ ਵਿੱਚ ਫਿਰਦਾ ਹੈ, ਤੁਸੀਂ ਇਹਦੇ ਵੱਲ ਵੇਖਣਾ ਹੈ। ਵੇਖਣ ਦਾ ਮਤਲਬ ਅੱਖਾਂ ਨਾਲ ਵੇਖਣਾ ਵੀ ਹੈ ਔਰ ਧਿਆਨ ਨਾਲ ਬਾਣੀ ਵੀ ਸੁਣਨੀ ਹੈ ਤੇ ਖੰਡੇ ਦੇ ਫਿਰਨ ਦੀ ਆਵਾਜ਼ ਵੀ ਤੁਸੀਂ ਸੁਣਨੀ ਹੈ। ਜਦੋਂ ਅੰਮ੍ਰਿਤ ਦੀ ਵਿਧੀ ਚੱਲਦੀ ਹੈ ਉਦੋਂ ਆਵਾਜ਼ ਸਭ ਤੋਂ ਜ਼ਿਆਦਾ ਖੰਡੇ ਦਾ ਆਉਂਦਾ ਹੈ। ਖੰਡੇ ਦੀ ਧੁਨੀ ਬਣਦੀ ਹੈ, ਆਵਾਜ਼ ਬਣਦੀ ਹੈ। ਤੁਸੀਂ ਇਹਦੇ ਵਿੱਚ ਧਿਆਨ ਰੱਖਣਾ ਹੈ। ਉਹ ਪ੍ਰਕਿਰਿਆ ਸਿਖਾਈ ਜਾਂਦੀ ਹੈ ਵੀ ਨਾਮ ਕਿਵੇਂ ਜਪਣਾ ਹੈ। ਉਹਨਾਂ ਵੱਲੋਂ ਦੱਸਿਆ ਜਾਂਦਾ ਹੈ ਵੀ ਜਦੋਂ ਤੁਸੀਂ 5 ਬਾਣੀਆਂ ਪੜ੍ਹਨੀਆਂ ਨੇ
ਉਦੋਂ ਇਸ ਤਰ੍ਹਾਂ ਸਰੀਰ ਨੂੰ ਬਾਟਾ ਬਣਾਉਣਾ ਹੈ। ਜਿਵੇਂ ਹੁਣ ਬਾਟੇ ਵਿੱਚ ਧਿਆਨ ਰੱਖ ਰਹੇ ਹੋ, ਇਸ ਤਰ੍ਹਾਂ ਸਰੀਰ ਦੇ ਵਿੱਚ ਧਿਆਨ ਰੱਖਣਾ ਹੈ। ਜਿੱਥੇ ਬਾਣੀ ਪੜ੍ਹੀ ਜਾ ਰਹੀ ਹੈ ਸਰੀਰ ਦੇ ਵਿੱਚ ਰਸਨਾ ਤੇ ਰੱਖ ਲਓ, ਜਿੱਥੇ ਤੁਹਾਡਾ ਸ਼ਬਦ ਹੈ ਉੱਥੇ ਰੱਖ ਲਓ, ਉਹਦੇ ਵਿੱਚ ਧਿਆਨ ਰੱਖਣਾ ਹੈ। ਤੇ ਕਿਹਾ ਜਾਂਦਾ ਵੀ ਜਿਹਨੇ ਅੰਮ੍ਰਿਤ ਛਕਣਾ ਹੈ, ਜੇ ਉਹਦਾ ਧਿਆਨ ਬਾਟੇ ਤੋਂ ਬਾਹਰ ਚਲਾ ਗਿਆ ਤੇ ਫਿਰ ਗੱਲ ਗਲਤ ਹੋ ਜਾਏਗੀ। ਇਸ ਤਰ੍ਹਾਂ ਰੋਜ਼ ਜਦੋਂ ਸਿੱਖ ਨਿਤਨੇਮ ਕਰਦਾ ਹੈ, ਜੇ ਉਹਦਾ ਸਰੀਰ ਵਿੱਚੋਂ ਧਿਆਨ ਪਾਸੇ ਤੁਰ ਗਿਆ, ਕਿਉਂਕਿ ਸਰੀਰ ਹੀ 5 ਬਾਣੀਆਂ ਪੜ੍ਹ ਰਿਹਾ ਨਾ, ਤੇ ਗੱਲ ਠੀਕ ਨਹੀਂ ਰਹੇਗੀ। ਤਾਂ ਹੀ ਗੁਰੂ ਅਮਰਦਾਸ ਜੀ ਨੇ ਹੋਰ ਸਪਸ਼ਟ ਕਰ ਦਿੱਤਾ। ਉਹ ਕਹਿੰਦੇ ਨੇ ਇਹ ਸਰਬਨੋ ਮੇਰੇ ਹੋ, ਸਾਚੈ ਸੁਣਨੈ ਨੂੰ ਪਠਾਏ, ਸਾਚੈ ਸੁਣਨੈ ਨੂੰ ਪਠਾਏ, ਸਰੀਰ ਲਾਏ। ਸਰੀਰ ਦੇ ਵਿੱਚ ਲਾਓ ਧਿਆਨ। ਇਹ ਦੇਹ ਹੀ ਪਸਾਰਾ ਹੈ ਸ਼ਬਦ ਦਾ, ਇਹਦੇ ਵਿੱਚ ਧਿਆਨ ਲਾਓ ਵੀ ਸ਼ਬਦ ਕਿੱਥੋਂ ਉਪਜ ਰਿਹਾ ਹੈ, ਕਿੱਥੋਂ ਪੈਦਾ ਹੋ ਰਿਹਾ ਹੈ। ਰਸਨਾ ਨਾਲ ਜਪੋ ਤੇ ਉਹਨੂੰ ਸੁਣੋ। ਸਰੀਰ ਲਾਏ ਸੁਣੋ ਸਤ ਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਵਾ। ਹੁਣ ਬਾਣੀ ਪਹਿਲਾਂ ਤੁਸੀਂ ਪੜ੍ਹਦੇ ਜਾਓਗੇ, ਇੱਕ ਦਿਨ ਉਹ ਤੁਹਾਡੇ ਜੀਵਨ ਨੂੰ ਦੋਵਾਂ ਚੀਜ਼ਾਂ ਨੂੰ ਹਰਿਆ ਕਰੇਗੀ, ਮਨ ਨੂੰ ਤੇ ਤਨ ਨੂੰ, ਦੋਵਾਂ ਨੂੰ ਹਰਾ ਕਰ ਦੇਗੀ, ਦੋਵੇਂ ਚੀਜ਼ਾਂ। ਔਰ ਜੇ ਇਹ ਜਿਹੜਾ ਨਿਯਮ ਹੈ, ਜੇ ਅੱਜ ਸਿੱਖ ਜਗਤ ਲਾਗੂ ਕਰਦਾ ਹੈ ਆਪਣੀ ਜ਼ਿੰਦਗੀ ਵਿੱਚ, ਅਸੀਂ ਕਹਿੰਦੇ ਹਾਂ ਦੋਵਾਂ ਚੀਜ਼ਾਂ ਦੀ ਸਿੱਖੀ ਨਹੀਂ ਰਹੀ। ਗੁਰੂ ਅਮਰਦਾਸ ਜੀ ਨੇ ਕਿਹਾ ਜਿਤ ਸੁਣੀ ਮਨ ਤਨ ਹਰਿਆ ਹੋਵਾ। ਹੁਣ ਤਨ ਹਰਾ, ਅਸੀਂ ਕਹਿੰਦੇ ਪਤਿਤ ਪੁਣਾ ਹੋ ਗਿਆ, ਕੇਸ ਕੱਟੇ ਜਾ ਰਹੇ ਨੇ। ਕਿਉਂ ਹੋਇਆ? ਇਉਂ ਲੱਗਦਾ ਕਿਤੇ ਬਾਣੀ ਤੋਂ ਪਾਸੇ ਚਲਾ ਗਿਆ ਸਿੱਖ, ਬਾਣੀ ਤੋਂ ਦੂਰ ਚਲਾ ਗਿਆ। ਤੇ ਜੇ ਕੋਈ ਪੜ੍ਹਦਾ ਵੀ ਏ, ਉਹਦੇ ਪੜ੍ਹਨ ਦੇ ਤੌਰ ਤਰੀਕੇ ਸਾਧ ਸੰਗਤ ਤੋਂ ਬਿਨਾਂ ਨੇ, ਇਹ ਵੀ ਖਿਆਲ ਰੱਖਣਾ। ਸਿੱਧੀ ਕੱਲਾ ਬਾਣੀ ਪੜ੍ਹਦਾ ਹੈ, ਸਮਝ ਨਹੀਂ ਆਏਗੀ ਕਿਵੇਂ ਪੜ੍ਹਨੀ ਹੈ। ਜੇ ਕੱਲੇ ਨੇ ਪੜ੍ਹ ਵੀ ਲਈ, ਪ੍ਰਭਾਵ ਨਹੀਂ ਬਣੇਗਾ। ਇਹ ਜਿਹੜਾ ਧਰਮ ਹੈ ਨਾ, ਜਿਹੜਾ ਨਾਮ ਹੈ, ਜਿਹਨੂੰ ਗੁਰਬਾਣੀ ਕਹਿੰਦੇ ਆ, ਇਹਨੂੰ ਇੱਕ ਇਉਂ ਕਹਿ ਲਈਏ, ਮੈਂ ਇਹਦਾ ਉਦਾਹਰਨ ਤੇ ਫਿਰ ਸਿੱਧਾ ਤੇ ਤਾਂ ਹੀ ਸਮਝ ਵਿੱਚ ਆਉਂਦੀ ਏ। ਇਹਨੂੰ ਇਉਂ ਕਹੋ ਵੀ ਛੂਤ ਛਾਤ ਦੀ ਬਿਮਾਰੀ ਏ, ਕਿਸੇ ਕੋਲੋਂ ਲੱਗਦੀ ਏ, ਸਿੱਧੀ ਨਹੀਂ ਲੱਗਦੀ, ਸਮਝ ਨਹੀਂ ਆਏਗੀ। ਤੁਸੀਂ ਵਹਿੰਦੇ ਹੋ ਨਾ, ਕਿਹਾ ਜਾਂਦਾ ਵੀ ਘਰ ਦੇ ਵਿੱਚ ਆਹ ਬੰਦਾ ਮਰੀਜ਼ ਹੈ, ਇਹਨੂੰ ਦਮਾ ਹੈ, ਇਹਨੂੰ ਟੀਵੀ, ਇਹਦੇ ਕੱਪੜੇ ਨਾ ਪਾਉਣਾ। ਕਿਉਂ? ਇਹ ਛੂਤ ਦੀ ਹੈ, ਛੂਤ ਦਾ ਰੋਗ ਹੈ, ਇੱਕ ਤੋਂ ਦੂਜੇ ਨੂੰ ਚੰਬੜਦਾ ਹੈ। ਇਹਦਾ ਤੁਸੀਂ ਨੇਲ ਕਟਰ ਨਾ ਲੈਣਾ, ਇਹਦੀ ਚੀਜ਼ ਦੀ ਵਰਤੋਂ ਨਾ ਕਰਨੇ, ਇਹਦੇ ਬਰਤਨ ਚੰਗੀ ਤਰ੍ਹਾਂ ਧੋ ਕੇ ਤੁਸੀਂ ਵਰਤ ਲੈਣੇ। ਕਿਉਂ? ਕਿਉਂਕਿ ਇੱਕ ਤੋਂ ਦੂਜੇ ਨੂੰ ਲੱਗਦਾ ਹੈ ਰੋਗ। ਜੇ ਉਦਾਹਰਨ ਦੇ ਤੌਰ ਤੇ ਲਵਾਂ, ਜਿਹੜਾ ਧਰਮ ਦਾ ਰੋਗ ਹੈ, ਜਿਹੜਾ ਰੱਬ ਦੇ ਪਿਆਰ ਦਾ ਰੋਗ ਹੈ, ਇਹ ਵੀ ਇੱਕ ਦੂਜੇ ਤੋਂ ਲੱਗਦਾ, ਸਿੱਧਾ ਨਹੀਂ ਲੱਗਦਾ। ਤੁਸੀਂ ਕਿਸੇ ਦੇ ਨਾਲ ਖਹਿ ਜਾਓ, ਜਿਹੜਾ ਕਨਸੈਪਟ ਹੈ ਨਾ ਧੂੜੀ ਦਾ, ਚਰਨ ਧੂੜ ਦਾ, ਉਹ ਇਹੀ ਹੈ। ਸਾਧ ਸੰਗਤ ਦਾ ਵਿਸ਼ਾ ਤਾਂ ਹੀ ਇਹ ਧਰਮ ਦੇ ਵਿੱਚ ਕਿ ਤੁਸੀਂ ਚੁੱਕੋ ਕਿਸੇ ਦੇ ਝੂਠੇ ਬਰਤਨ, ਸ਼ਾਇਦ ਕੋਈ ਕਿਣਕਾ ਉਹਦੀ ਰਸਨਾ ਦਾ ਵਿੱਚ ਟਿਕਿਆ ਹੋਵੇ, ਕਿਤੇ ਧੋਂਦਿਆਂ ਕੋਈ ਛਿੱਟ ਪੈ ਜਾਏ ਸਰੀਰ ਦੇ ਉੱਤੇ, ਬਦਲ ਸਕਦਾ ਜੀਵਨ, ਹੋ ਸਕਦਾ ਇਸ ਤਰ੍ਹਾਂ। ਹਾਂ, ਕਦੀ ਹੋਵੇਗਾ, ਇੱਕੋ ਦਮ ਨਹੀਂ। ਇਹ ਨਾ ਹੁਣ ਕਹਿਣਾ ਵੀ ਬਾਹਰ ਇੱਕ ਭਾਂਡਾ ਚੁੱਕਿਆ ਤਾਂ ਉੱਥੇ ਕਿਹਾ ਸੀ, ਅੱਜ ਹੋਇਆ ਨਹੀਂ। ਸਾਰਿਆਂ ਭਾਂਡਿਆਂ ਵਿੱਚ ਨਹੀਂ ਹੁੰਦਾ ਉਹ, ਫਿਰ ਉਹ ਵਕਤ ਨਹੀਂ ਆਉਂਦਾ ਬੰਦੇ ਦੇ ਜੀਵਨ ਦਾ ਵੀ ਹੋਣਾ ਕਿ ਨਹੀਂ। ਅਜੇ ਕਈ ਚੀਜ਼ਾਂ ਇਕੱਠੀਆਂ ਹੁੰਦੀਆਂ ਨੇ ਤਾਂ ਇੱਕ ਚੀਜ਼ ਬਣਦੀ ਹੈ। ਤਾਂ ਜਿਹੜਾ ਸਾਧ ਸੰਗਤ ਤੇ ਬਾਣੀ, ਮੈਂ ਬੇਨਤੀ ਕਰ ਰਿਹਾ ਸਾਂ, ਤਨ ਵੀ ਹਰਾ ਹੋਵੇਗਾ ਤੇ ਮਨ ਵੀ, ਜੇ ਬਾਣੀ ਸਾਧ ਸੰਗਤ ਦੁਆਰਾ ਪੜ੍ਹਨ ਦੀ ਜੁਗਤ ਸਿੱਖਾਂਗੇ। ਤਰੀਕਾ, ਬਾਣੀ ਨੂੰ ਕਿਵੇਂ ਕਮਾਉਣਾ ਹੈ, ਕਿਵੇਂ ਜਪਣਾ ਹੈ। ਹਾਂ, ਨਿਤਨੇਮ ਸਿੱਖ ਦਾ ਨਿੱਜੀ ਹੈ, ਉਹਨੇ ਆਪਣੇ ਇਕੱਲੇ ਤੌਰ ਤੇ ਕਰਨਾ ਹੈ, ਪਰ ਉਹਨੂੰ ਸਾਧ ਸੰਗਤ ਦੀ ਜ਼ਰੂਰਤ ਜ਼ਰੂਰ ਹੈ, ਸਿੱਖਣ ਦੀ ਜ਼ਰੂਰ ਲੋੜ ਹੈ। ਸਿੱਧੀ ਬਾਣੀ ਪੜ੍ਹੀ ਜਾਓ, ਸਮਝ ਨਹੀਂ ਆਵੇਗੀ, ਪਤਾ ਨਹੀਂ ਲੱਗੇਗਾ। ਤਾਂ ਬੇਨਤੀ ਸਾਂਝੀ ਕਰ ਰਿਹਾ ਸੀ, ਗੁਰੂ ਅਰਜਨ ਦੇਵ ਜਿਨ੍ਹਾਂ ਨੂੰ ਬਖਸ਼ਿਸ਼ ਹੀ ਇਹ ਹੋਈ ਸੀ, ਉਹਨਾਂ ਦੇ ਨਾਨੇ ਗੁਰੂ ਵੱਲੋਂ, ਗੁਰੂ ਅਮਰਦਾਸ ਜੀ ਵੱਲੋਂ, ਔਰ ਉਹਨਾਂ ਦੇ ਜੀਵਨ ਵਿੱਚ ਇਹ ਵਾਪਰੀ ਵੀ ਤਾਂ
ਜਿਹੜੀ ਮੈਂ ਗੱਲ ਹੁਣੇ ਕੀਤੀ ਚਰਨ ਧੂੜ, ਕਿ ਜਿੱਥੋਂ ਇੰਨੇ ਸਰੀਰ ਲੰਘੇ ਨੇ ਜਿਨ੍ਹਾਂ ਨੇ ਬਾਣੀ ਪੜ੍ਹੀ ਹੈ, ਜਿਨ੍ਹਾਂ ਦੇ ਸਰੀਰ ਦੇ ਵਿੱਚ ਪ੍ਰਭਾਵ ਬਾਣੀ ਦਾ, ਨਾਮ ਦਾ। ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਜਦੋਂ ਉਹਨਾਂ ਦਾ ਜਨਮ ਹੋਇਆ ਸੀ, ਉਸ ਵਕਤ ਉਹਨਾਂ ਦੇ ਨਾਨਾ ਗੁਰੂ ਅਮਰਦਾਸ ਜੀ ਗੁਰਤਾ ਗੱਦੀ ਤੇ ਸੁਭਾਏਮਾਨ ਨੇ। ਉਹਨਾਂ ਦੀ ਮਾਤਾ ਭਾਨੀ ਜੀ ਗੁਰੂ ਅਮਰਦਾਸ ਜੀ ਦੇ ਨਿੱਜੀ ਸੇਵਕ ਸਨ, ਦਿਨ ਰਾਤ ਲੰਗਰ ਪਾਣੀ ਦੀ ਸੇਵਾ ਕਰਦੇ। ਤੇ ਗੁਰੂ ਅਰਜਨ ਦੇਵ ਜੀ ਜਿਹੜੇ ਅਜੇ ਬੱਚੇ ਦੇ ਰੂਪ ਸਨ, ਜਦੋਂ ਮਾਤਾ ਨੇ ਗੁਰੂ ਅਮਰਦਾਸ ਜੀ ਦੀ ਸੇਵਾ ਕਰਨੀ, ਉਹਨਾਂ ਨੇ ਆਲੇ ਦੁਆਲੇ ਪਲੰਗ ਦੇ ਰਿੜ੍ਹਦੇ ਰਹਿਣਾ। ਅੱਜ ਵੀ ਉਹ ਗੁਰਦੁਆਰਾ ਹੈ ਜਿੱਥੇ ਗੁਰੂ ਅਰਜਨ ਦੇਵ ਜੀ ਰਿੜ੍ਹਦੇ ਰਹੇ। ਹੁਣ ਛੋਟੀ ਘਟਨਾ ਨਹੀਂ ਸੀ, ਗੁਰੂ ਅਮਰਦਾਸ ਜੀ ਜਿੱਥੇ ਰਹਿਣ, ਜਿੱਥੇ ਤੁਰਨ, ਜਿੱਥੇ ਬਹਿਣ ਖਲੋਣ, ਉਹ ਥਾਂ ਕੋਈ ਆਮ ਥਾਂ ਹੈ? ਆਮ ਥਾਂ ਨਹੀਂ। ਉੱਥੋਂ ਦੇ ਤੇ ਪੱਥਰ ਵੀ ਪਿਘਲ ਜਾਣਗੇ, ਉੱਥੋਂ ਦੀ ਤੇ ਧੂੜੀ ਵੀ ਜਿਹੜੀ ਹੈ ਉਹਦੇ ਵਿੱਚ ਵੀ ਉਹਨਾਂ ਦੇ ਚਰਨਾਂ ਦੀ ਸੁਗੰਧੀ ਭਰੀ ਜਾਏਗੀ। ਭੱਟਾਂ ਨੂੰ ਪੁੱਛ ਕੇ ਵੇਖੋ, ਉਹਨਾਂ ਨੇ ਕਹਿ ਵੀ ਦਿੱਤਾ, ਉਹ ਕਹਿੰਦੇ ਚਰਨ ਤਾਂ ਪਰ ਸਕਿਆਥ ਚਰਨ ਗੁਰ ਅਮਰ ਪਵਲ ਰਹਿ, ਹੱਥ ਤਾਂ ਪਰ ਸਕਿਆਥ ਹੱਥ ਲੱਗੈ ਹੈ ਗੁਰ ਅਮਰ ਪੈ, ਜਿਹੀ ਤਾਂ ਪਰ ਸਕਿਆਥ ਜਿਹੀ ਗੁਰ ਅਮਰ ਭਣੀਜੈ, ਨੈਣ ਤਾਂ ਪਰ ਸਕਿਆਥ ਨੈਣ ਗੁਰ ਅਮਰ ਪਖਿਜੈ। ਜਿਨ੍ਹਾਂ ਅੱਖਾਂ ਨੇ ਗੁਰੂ ਅਮਰਦਾਸ ਜੀ ਨੂੰ ਵੇਖਿਆ, ਸਕਿਆਥ ਦਾ ਮਤਲਬ ਸਫਲ ਹੋ ਗਈਆਂ। ਜਿਨ੍ਹਾਂ ਹੱਥ ਲੱਗੈ ਗੁਰ ਅਮਰ ਪੈ, ਪੈ ਦਾ ਮਤਲਬ ਪੈਰ, ਜਿਹੜੇ ਹੱਥ ਗੁਰੂ ਅਮਰਦਾਸ ਜੀ ਦੇ ਪੈਰਾਂ ਨੂੰ ਲੱਗ ਗਏ ਜਾਂ ਉਸ ਥਾਂ ਤੇ ਲੱਗ ਗਏ ਜਿੱਥੇ ਗੁਰੂ ਅਮਰਦਾਸ ਜੀ ਦੇ ਪੈਰ ਪਏ ਨੇ। ਹੁਣ ਉਹ ਜਿਹੜਾ ਘਰ ਸੀ ਜਿੱਥੇ ਬਚਪਨ ਵਿੱਚ 1 ਸਾਲ ਦੇ ਗੁਰੂ ਅਰਜਨ ਦੇਵ ਜੀ ਰਿੜ੍ਹਦੇ ਨੇ, ਸਾਰਾ 1 ਇੰਚ ਉਹਦਾ ਗੁਰੂ ਅਮਰਦਾਸ ਜੀ ਦੀ ਛੂਹ ਦੇ ਨਾਲ ਭਰਿਆ ਹੋਇਆ ਹੈ। ਤੇ ਜਦੋਂ ਬੱਚੇ ਦੇ ਰੂਪ ਵਿੱਚ ਗੁਰੂ ਅਰਜਨ ਦੇਵ ਜੀ ਰਿੜ੍ਹਦੇ ਸਨ ਤੇ ਸਾਰਿਆਂ ਥਾਵਾਂ ਤੇ ਹੱਥ ਲੱਗਦੇ ਸਨ। ਤੁਹਾਨੂੰ ਪਤਾ ਹੈ ਬੱਚੇ ਦਾ ਮਿੱਟੀ ਨਾਲ ਤੇ ਪਾਣੀ ਨਾਲ ਬੜਾ ਪ੍ਰੇਮ ਹੁੰਦਾ ਹੈ। ਮਿੱਟੀ ਵਿੱਚ ਲੇਟਣਾ ਉਹਨੂੰ ਆਨੰਦਦਾਇਕ ਤੇ ਪਾਣੀ ਵਿੱਚ ਖੇਡਣਾ, ਇਹਨਾਂ ਦੋਵਾਂ ਚੀਜ਼ਾਂ ਨਾਲ ਬੜਾ ਪਿਆਰ ਹੈ। ਔਰ ਤਾਂ ਹੀ ਸ਼ਾਇਦ ਕਹਿੰਦੇ ਬੱਚਾ ਬਹੁਤ ਭੋਲਾ ਹੁੰਦਾ ਹੈ, ਉਹਦਾ ਇਹਨਾਂ ਦੋ ਚੀਜ਼ਾਂ ਨਾਲ ਬੜਾ ਪਿਆਰ ਹੈ। ਤੇ ਇਹ 2 ਚੀਜ਼ਾਂ ਨਾਮ ਤੋਂ ਸਭ ਤੋਂ ਪਹਿਲਾਂ ਪ੍ਰਭਾਵਿਤ ਹੁੰਦੀਆਂ ਨੇ, ਧੂੜੀ ਤੇ 1 ਪਾਣੀ। ਇਹ 2 ਚੀਜ਼ਾਂ ਪ੍ਰਭਾਵਿਤ ਹੁੰਦੀਆਂ ਨੇ ਸਭ ਤੋਂ ਪਹਿਲਾਂ ਸ਼ਬਦ, ਬੰਦੇ ਤੋਂ ਵੀ ਪਹਿਲਾਂ ਪ੍ਰਭਾਵਿਤ ਹੋ ਜਾਂਦੀਆਂ। ਉੱਥੇ ਵਿਚਰਦੇ ਰਹੇ, ਪਹਿਲਾਂ ਹੀ ਜੀਵਨ ਰੰਗਿਆ ਹੋਇਆ ਸੀ, ਪਰ ਹੁਣ ਤਾਂ ਦਿਨ ਰਾਤ ਗੁਰੂ ਦੀ ਧੂੜ ਮਿਲਦੀ ਗਈ। ਗੁਰੂ ਦੀ ਧੂੜ ਨੇ ਪ੍ਰਭਾਵ ਪਾ ਦਿੱਤਾ। ਤੇ ਮੈਂ ਗੱਲ ਕਰ ਰਿਹਾ ਸੀ ਬਾਣੀ ਦੀ। ਇੱਕ ਦਿਨ ਨਾਨੇ ਨੇ ਇਹ ਗੱਲ ਕਹਿ ਦਿੱਤੀ ਕਿ ਇਹ ਹੈ ਬੋਇਥਾ, ਔਰ ਸ਼ਬਦ ਵਰਤੇ ਸਨ ਬਾਣੀ ਕਾ ਬੋਇਥਾ। ਜਿਸ ਵੇਲੇ ਉਹਨਾਂ ਨੇ ਮੰਜੀ ਹਿਲਾਈ ਸੀ ਨਾ ਗੁਰੂ ਅਮਰਦਾਸ ਜੀ ਦੀ, ਪਾਵੇ ਨੂੰ ਹੱਥ ਪਾ ਲਿਆ ਰਿੜ੍ਹਦਿਆਂ ਗੁਰੂ ਅਰਜਨ ਦੇਵ ਜੀ ਨੇ ਬਚਪਨ ਵਿੱਚ, ਤੇ ਮੰਜੀ ਹਿੱਲ ਗਈ ਗੁਰੂ ਅਮਰਦਾਸ ਜੀ ਜਿਹਦੇ ਉੱਤੇ ਬੈਠੇ ਸਨ। ਤੇ ਸੁਭਾਵਕ ਉਹਨਾਂ ਨੇ ਕਿਹਾ ਵੀ ਕਿਹੜਾ ਵੱਡਾ ਪੁਰਖ ਹੈ ਭਾਰੀ, ਜਿਹਨੇ ਮੰਜੀ ਹਿਲਾਈ ਸਾਡੀ ਸਾਰੀ। ਤੇ ਕੋਲ ਸਨ ਮਾਤਾ ਭਾਨੀ ਜੀ, ਗੁਰੂ ਅਰਜਨ ਦੇਵ ਜੀ ਦੇ ਮਾਤਾ। ਉਹਨਾਂ ਨੇ ਨੇੜੇ ਜਾ ਕੇ ਕਿਹਾ ਕਿ ਪਿਤਾ ਜੀ, ਸਤਿਗੁਰੂ ਜੀ ਤੁਹਾਡਾ ਦੋਹਤਾ ਹੈ, ਦੋਹਤਰਾ ਹੈ ਤੁਹਾਡਾ। ਬਚਨ ਨਿਕਲੇ, ਕਹਿਣ ਲੱਗੇ ਦੋਹਤਾ ਬਾਣੀ ਕਾ ਬੋਇਥਾ। ਇਹਨਾਂ ਬਚਨਾਂ ਨੇ ਗੁਰੂ ਅਰਜਨ ਦੇਵ ਜੀ ਦੇ ਅੰਦਰ ਸ਼ਬਦ ਫਿੱਟ ਕਰ ਦਿੱਤੇ। ਗੁਰਬਾਣੀ ਫਿਰ ਦਿਨ ਰਾਤ ਉਚਾਰੀ ਜਾਣ ਲੱਗੀ। ਔਰ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਰੂਪ ਦੇ ਅੰਦਰ ਜਿੰਨੀ ਬਾਣੀ ਹੈ, ਉਹਦੇ ਵਿੱਚੋਂ ਅੱਧੀ ਬਾਣੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਹੈ। ਮੈਂ ਗੱਲ ਕਰ ਰਿਹਾ ਸੀ, ਉਹਨਾਂ ਨੇ ਕਿਹਾ ਸਭ ਤੋਂ ਪਿਆਰਾ ਕੀ ਲੱਗਦਾ ਹੈ?
ते गुरु अर्जन देव जी ने क्या हमारी प्यारी अमृत धारी गुर निमख ना मन ते टारी रे। फिर अगे इस बाणी दे गुण दसे ने, कहंदे दर्शन परसन हरसन सरसन रंग रंगी करतारी रे। जे प्यार होवे ते तां, जे बद्धा चट्टी पढ़ते रहे फिर नहीं गल बननी। फिर इस बाणी ने प्रभाव नहीं पाउणा जिंदगी दे उत्ते। कुछ तां लगाव होना चाहिए है, कुछ तां तरीका होना चाहिए है, कुछ तां मनुख अपने जीवन की तवज्जो इधर करेगा तां ही गल बनेगी। गुरु अर्जन देव जी कहते दर्शन परसन, जे कोई मनुख अपने मन ध्यान रूपी अखां दे नाल इस बाणी दे दर्शन परसदा है तां हरसन, हरसन का मतलब उन्होंने हुलास मिलेगा, खुशी मिलेगी जिहड़ी कित्यों नहीं मिल रही। ਉਹਦੇ मन ਨੂੰ बाणी खुशी देगी। सरसन, सरसन का मतलब है ਉਹਦਾ मन सरस जाएगा। फिर बचन कीते खिन रम गुर गम, रम का मतलब है समाउणा। जे किसी मनुख का मन एक पल वास्ते गुरबाणी विच रम गया, गुरबाणी दे नाल जुड़ गया, खिन रम गुर गम, ते ओ बाणी खिंच के उन्होंने गुरु वाली अवस्था विच लै जाएगी। शब्द गुरु विचों आया ना, ते गुरु तक जाण दा तरीका होर कोई नहीं है। वो शब्द द्वारे जाया जा सकता है, होर कोई राह नहीं। धरती का इको एक धर्म है जिहड़ा सीधा कहंदा कि शब्द साडा गुरु है। इको एक धर्म है धरती। शब्द सारिया धर्मां विच है, क्योंकि शब्द की समझ ते तां ही आउणी है ना धर्म की शब्दां द्वारे। पर इको एक धर्म है धरती का जिहड़ा सीधा कह दिंदा भी शब्द ही साडा गुरु है। ते भागशाली है ये धर्म, पर उदों इहदे भाग थोड़े जिहे फिक्के पै जांदे ने जदों शब्द सुनन लई इहदा मन तैयार नहीं हुंदा, उदों इहदे भाग डाउन हो जांदे ने। ये कौम खड़ी सी शब्द दे उत्ते, ते शब्द दा संबंध है स्रोत दे नाल, सुनन दे नाल। होर शब्द नूं काहदे नाल मिलोगे? तीन रूप ने, मैं थोड़े जिहा वर्णन करदिआं समय विच रह गए। परमात्मा दे तीन रूप समझण वास्ते आप जी दे काम आ सकदे जे तुसीं ध्यान नाल सुनोगे, ध्यान दिओगे। जे कोई मजबूरी हो गई इत्थे आउण दी भी बाहरों पहरा लगा होया, फिर नहीं जे समझ आउणी। मैं वेख रहा कुछ विद्यार्थियों वाल, फिर नहीं समझ आउणी। जां ते बवो ध्यान नाल, इस तरह डर के नहीं बहना चाहिए, पता नहीं लगता। तां तीन रूप ध्यान दिओ। शब्द गुरु कहना सौखा है, शब्द गुरु की है असी सारी बोली जा रहे हैं, पर जिन्हों ने कमाया उन्होंने पता लगा। कुछ कुछ उन्होंने नक्शे बना दिते, शायद पता लग जाए किसी को। शब्द के तीन रूप ने। एक तो शब्द हुंदा है जिवें धन गुरु ग्रंथ साहिब जी दे विच बाणी लिखी हुई है, शब्द का एक रूप है, नमस्कार करन योग है। सिख ने शब्द के इस रूप का बहुत सत्कार करना है, सत्कार देना है। लिखिया होया है, सामने दिस रहा है, इन्हां अखां नाल पढ़िया जा रहा है, तुसी दर्शन कर सकते हो। ये शब्द का पहला रूप है। इनू तुसी हथ नाल भी छू सकते हो भी आ शब्द लिखिया होया, आ जपजी साहब है, आ सुखमणी साहब है। दिसदा है, सथूल है, बॉडी वर्गा है। हुण जिहड़ा दूजा रूप है ना शब्द का, वो दिसदा भी है ते नहीं भी दिसदा। वो किहड़ा? जिवें हुण मैं पढ़ा एक ओंकार सतनाम करता पुरख। जे मैं पढ़ना ते है, जदों पढ़ना बंद कर देना उदों नहीं हुंदा, अलोप हो जाता नाले। इहनूं कहंदे ने गुरबाणी का दूजा रूप, जिहड़ा है भी है ते फड़िया भी नहीं जा सकता, अगोचर है जरूर। तुसी पढ़ो जपजी साहब, ਉਹਦੇ ਵਿੱਚ ਕਹੋ कि गुरा एक देह बुझाई, सबना जियां का एक दाता, सो मैं विसर ना जाई।
ਤੇ ਜਿੰਨਾ ਚਿਰ ਪਾਠ ਕਰਨ ਵਾਲਾ ਪਾਠ ਕਰੇਗਾ ਉਹਨਾਂ ਚਿਰ ਉਹ ਸ਼ਬਦ ਪ੍ਰਗਟ ਰਹੇਗਾ, ਸੁਣਿਆ ਜਾ ਰਿਹਾ ਹੈ। ਪਰ ਤੁਸੀਂ ਨਾਲ ਹੀ ਬੰਦ ਕਰੋ ਤੇ ਹੱਥਾਂ ਨਾਲ ਫੜਨਾ ਚਾਹੋ, ਨਿਕਲ ਜਾਏਗਾ, ਗਿਆ ਉਹ ਬਿਲਕੁਲ, ਫਿਰ ਨਹੀਂ ਸਾਹਮਣੇ ਆਏਗਾ। ਇਹਨੂੰ ਕਹਿੰਦੇ ਸ਼ਬਦ ਗੁਰੂ ਦਾ ਦੂਜਾ ਰੂਪ। ਪਹਿਲਾ ਸੀ ਉਹਨੂੰ ਤੁਸੀਂ ਛੂਹ ਸਕਦੇ ਹੋ ਇਸ ਤਰ੍ਹਾਂ ਪਿਆਰ ਨਾਲ ਹੱਥਾਂ ਨਾਲ, ਵੀ ਇਹ ਲਿਖਿਆ ਹੋਇਆ ਹੈ ਜਪਜੀ ਸਾਹਿਬ। ਦੂਜਾ ਨਹੀਂ ਛੂਹਿਆ ਜਾਂਦਾ। ਤੇ ਜਿਹੜਾ ਤੀਜਾ ਹੈ ਉਹ ਹੋਰ ਵੀ ਸੂਖਸ਼ਮ ਹੈ, ਜਿਹੜਾ ਭਾਸ਼ਾ ਵਿੱਚ ਆਉਂਦਾ ਹੀ ਨਹੀਂ, ਜਿਹੜਾ ਕੇਵਲ ਸ਼ਬਦ ਦਾ ਰੂਪ ਹੈ, ਜਿਹਨੂੰ ਗੁਰੂ ਸਾਹਿਬ ਨੇ ਕਿਹਾ ਵਾਜੇ ਅਨਹਦ ਤੂਰੇ, ਜਿਹੜਾ ਇਸ ਤਰ੍ਹਾਂ ਦਾ ਇੱਕ ਸੰਗੀਤ ਹੈ ਜਿਹੜਾ ਇਹਨਾਂ ਕੰਨਾਂ ਦਾ ਵਿਸ਼ਾ ਨਹੀਂ। ਕਈ ਸੱਜਣ ਕੰਨਾਂ ਵਿੱਚ ਉਂਗਲਾਂ ਆਦਿਕ ਦੇ ਕੇ ਕਹਿੰਦੇ ਨੇ ਦੂਜੇ ਤੀਜੇ ਦਿਨ ਕਹਿੰਦੇ ਅਨਹਦ ਵੱਜਣ ਲੱਗ ਗਿਆ, ਬੜੇ ਲੋਕ ਨੇ, ਜਦ ਕਿ ਉਹ ਤੇ ਬੜੀ ਵੱਡੀ ਗੱਲ ਹੈ, ਬੜੀ ਦੂਰ ਜਾ ਕੇ ਮਿਲਦੀ। ਤਾਂ ਕੰਨ ਚੈੱਕ ਕਰਾਉਣੇ ਚਾਹੀਦੇ। ਅੱਜ ਕੱਲ ਖੁਰਾਕਾਂ ਬੜੀਆਂ ਖੁਸ਼ਕ ਹੋ ਗਈਆਂ, ਆਪਾਂ ਸਾਰਾ ਦਿਨ ਚਾਹ ਪੀਂਦੇ ਹਾਂ, ਉਹਦੇ ਕਰਕੇ ਵੀ ਕਈ ਵਾਰੀ ਅਨਹਦ ਵੱਜਦਾ ਅੰਦਰ। ਉਹਨੂੰ ਡਾਕਟਰ ਕੋਲ ਚੈੱਕ ਕਰਾਉਣਾ ਚਾਹੀਦਾ ਹੈ। ਐਵੇਂ ਕਿਸੇ ਠੱਗ ਨੇ ਕਹਿ ਦਿੱਤਾ ਤੁਹਾਨੂੰ ਤਾਂ ਉਸਨੇ ਲੁੱਟਣਾ ਹੈ, ਭੀੜ ਵਧਾਉਣੀ ਆਪਣੇ ਥਾਂ ਦੀ, ਉਹ ਨਹੀਂ ਹੋ ਸਕਦਾ। ਉਹ ਇਹਨਾਂ ਕੰਨਾਂ ਦਾ ਵਿਸ਼ਾ ਨਹੀਂ ਹੈ, ਕੰਨਾਂ ਤੋਂ ਕੋਈ ਪਾਰ ਦੀ ਦੁਨੀਆ ਹੈ। ਬਸ ਇਉਂ ਕਹਿ ਲਈਏ ਅਖੀਰਲੀ ਗੱਲ ਵੀ ਉਹਦੇ ਬਾਰੇ ਬਹੁਤਾ ਕਹਿਣਾ ਵੀ ਜਾਇਜ਼ ਨਹੀਂ, ਕਿਉਂਕਿ ਜੋ ਕਹਾਂਗੇ ਉਹ ਝੂਠ ਹੋਵੇਗਾ ਉਹਦੇ ਬਾਰੇ। ਉਹ ਜਿਹੜੀ ਆਵਾਜ਼ ਹੈ ਨਾ, ਹਾਂ ਉਹਦੀਆਂ ਨਿਸ਼ਾਨੀਆਂ ਦੱਸੀਆਂ ਗੁਰੂ ਗ੍ਰੰਥ ਸਾਹਿਬ ਜੀ ਨੇ। ਕਹਿੰਦੇ ਜਿਹਦਾ ਸੰਬੰਧ ਸ਼ਬਦ ਦੇ ਉਸ ਰੂਪ ਨਾਲ ਹੋ ਗਿਆ, ਤਿੱਥੈ ਉਂਗ ਨਾ ਭੁੱਖ ਹੈ, ਉਥੇ ਨੀਂਦ ਨਹੀਂ ਸਤਾਉਂਦੀ, ਦਿਨ ਰਾਤ ਜਾਗ ਬਣੀ ਰਹਿੰਦੀ। ਨਿਸ਼ਾਨੀ ਦੱਸੀ, ਸਿਰ ਨਿਸ਼ਾਨੀਆਂ ਹੀ ਪ੍ਰਗਟ ਕੀਤੀਆਂ ਨੇ। ਕਹਿੰਦੇ ਨੀਂਦ ਦਾ ਕੋਈ ਪ੍ਰਭਾਵ ਨਹੀਂ। ਤਿੱਥੈ ਉਂਗ ਨਾ ਭੁੱਖ ਹੈ, ਇੱਥੇ ਭੁੱਖ ਦੇ ਅਰਥ ਇਹ ਨਹੀਂ ਕਿ ਉਹਨੂੰ ਭੁੱਖ ਲੱਗਣੀ ਬੰਦ ਹੋ ਜਾਂਦੀ, ਨਹੀਂ। ਇੱਥੇ ਭੁੱਖ ਦੇ ਅਰਥ ਨੇ ਉਹਦੇ ਸਰੀਰ ਦੇ ਜਿੰਨੇ ਅੰਦਰੇ ਨੇ ਨਾ, ਭੁੱਖ ਕੱਲੀ ਪੇਟ ਦੀ ਨਹੀਂ, ਖਿਆਲ ਰੱਖਣਾ। ਇਸ ਭੁੱਖ ਦੇ ਅਰਥ ਪੇਟ ਨਾਲ ਸੰਬੰਧਿਤ ਨਹੀਂ, ਕੱਲੇ ਨਾਲ। ਅੱਖਾਂ ਦੀ ਆਪਣੀ ਭੁੱਖ ਹੈ, ਕੰਨਾਂ ਦੀ ਆਪਣੀ ਭੁੱਖ ਹੈ। ਅੱਖਾਂ ਦੀ ਭੁੱਖ ਹੈ ਕੁਝ ਨਵਾਂ ਵੇਖਦਾ ਰਹਾਂ, ਖੋਜਦੀਆਂ ਰਹਿੰਦੀਆਂ ਨੇ ਅੱਖਾਂ। ਕੰਨਾਂ ਦੀ ਆਪਣੀ ਭੁੱਖ ਹੈ ਕਿ ਵਿਰੋਧੀ ਦੀ ਨਿੰਦਿਆ ਸੁਣਾ ਤੇ ਆਪਣੀ ਵਡਿਆਈ ਸੁਣਾ, ਇਹ ਕੰਨਾਂ ਦੀ ਭੁੱਖ ਹੈ। ਨਾਸਕਾ ਦੀ ਆਪਣੀ ਭੁੱਖ ਹੈ, ਜ਼ੁਬਾਨ ਦੀ ਆਪਣੀ ਭੁੱਖ ਹੈ। ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ ਜਦੋਂ ਤੇਰੀਆਂ ਅੱਖਾਂ ਦੀ ਵੇਖਣ ਦੀ ਭੁੱਖ ਮਰ ਜਾਏ, ਜਦੋਂ ਤੇਰੇ ਕੰਨਾਂ ਨੂੰ ਆਪਣੀ ਵਡਿਆਈ ਸੁਣਨ ਦੀ ਤੇ ਦੂਜੇ ਦੀ ਨਿੰਦਿਆ ਸੁਣਨ ਦੀ ਭੁੱਖ ਮਰ ਗਈ, ਬੇਦ ਤੇ ਜਿਹੜੇ ਭੋਜਨਾਂ ਦੇ ਮਗਰ ਤੂੰ ਦੌੜਨਾ ਉਹ ਖਾਣ ਦੀ ਲਾਲਸਾ ਵੀ ਖਤਮ ਹੋ ਗਈ, ਹੁਣ ਸਮਝੀ ਕਿਤੇ ਨਾ ਕਿਤੇ ਤੂੰ ਉਸ ਦੁਨੀਆ ਵਿੱਚ ਪਹੁੰਚ ਗਿਆ ਜਿਹਨੂੰ ਕਹਿੰਦੇ ਨੇ ਵਾਜੇ ਅਨਹਦ ਤੂਰੇ। ਆ ਸਾਡੇ ਸੱਜਣਾਂ ਦੇ ਫੋਨ ਆਉਂਦੇ ਕਈਆਂ ਦੇ, ਗੁਰਸਿੱਖ ਨੇ ਵਿਚਾਰੇ ਸਿੱਧੇ ਸਾਦੇ ਜੀ, ਬਾਣੀ ਪੜ੍ਹਨ ਵਾਲੇ, ਉਹਨਾਂ ਨੂੰ ਕੋਈ ਆ ਕੇ ਕਹਿ ਦਿੰਦਾ ਏਜੰਟ, ਕਹਿੰਦਾ ਤੁਹਾਨੂੰ ਅਨਹਦ ਸੁਣਿਆ, ਤੁਸੀਂ ਆਨੰਦ ਸਾਹਿਬ ਵਿੱਚ ਪੜ੍ਹਦੇ ਹੋ ਨਾ, ਵਾਜੇ ਪੰਜ ਸ਼ਬਦ, ਇਹ ਸੁਣੇ ਜੇ ਪੰਜ ਸ਼ਬਦ, ਵਾਜੇ ਪੰਜ ਸ਼ਬਦ ਤੇ ਘਰ ਸੁਭਾਗਾ, ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ। ਕਹਿੰਦੇ ਤੁਹਾਨੂੰ ਸੁਣੇ ਨੇ ਕਿ ਨਹੀਂ? ਬਸ ਕੱਲੀ ਤੁਕ ਪੜਨੀ, ਵਾਜੇ ਪੰਜ ਸ਼ਬਦ। ਪਰ ਗੁਰੂ ਅਮਰਦਾਸ ਜੀ ਨੇ ਅੱਗੇ ਨਿਸ਼ਾਨੀ ਦੱਸ ਦਿੱਤੀ, ਕਹਿਣ ਲੱਗੇ ਜਿੰਨੇ ਸੁਣ ਲੈ ਨਾ ਉਹ, ਉਹਨਾਂ ਦੀ ਇੱਕ ਨਿਸ਼ਾਨੀ ਹੈ ਕਿ ਪੰਜ ਦੂਤ ਤੁਧ ਵਸ ਕੀਤੇ ਤੇ ਕਾਲ ਕੰਟਕ ਮਾਰਿਆ। ਇੱਕ ਤੇ ਉਹਨਾਂ ਦੀ ਜ਼ਿੰਦਗੀ ਵਿੱਚੋਂ ਕਾਲ ਖਤਮ ਹੋ ਗਿਆ, ਮੌਤ ਖਤਮ ਹੋ ਗਈ। ਇੱਕ ਉਹਨਾਂ ਦੇ ਪੰਜ ਵਿਕਾਰ ਜਿਹੜੇ ਨੇ ਬਿਲਕੁਲ ਉਹਨਾਂ ਦੇ ਹੱਥ ਵਿੱਚ ਆ ਗਏ, ਸਤਾਉਂਦੇ ਨਹੀਂ, ਉਹ ਨਿਸ਼ਾਨੀ ਹੈ ਉਹਨਾਂ ਦੀ। ਫਿਰ ਇਹ ਤਾਂ ਵੈਸੇ ਪ੍ਰਚਲਿਤ ਉਹਨਾਂ ਨੇ ਪੰਜ ਕਹਿ ਦਿੱਤੇ ਨੇ। ਗੁਰੂ ਗ੍ਰੰਥ ਸਾਹਿਬ ਇਹਦੇ ਅੱਗੇ ਜਾ ਕੇ, ਕਿਉਂਕਿ ਇੱਕੋ ਇੱਕ ਗ੍ਰੰਥ ਹੈ ਦੁਨੀਆ ਦੇ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ, ਜਿਹੜੇ ਰੱਬ ਦੀ ਦਾਤ ਨੂੰ ਗਿਣਤੀ ਵਿੱਚ ਨਹੀਂ ਲਿਆਉਂਦੇ। ਗੁਰੂ ਗ੍ਰੰਥ ਸਾਹਿਬ ਨੇ ਪੰਜਾਂ ਦੀ ਇੱਥੇ ਗੱਲ ਕੀਤੀ ਕਿ ਵਾਜੇ ਪੰਜ ਸ਼ਬਦ, ਪਰ ਅੱਗੇ ਜਾ ਕੇ ਪੜ੍ਹੋ ਤੁਸੀਂ, ਹੁਣੇ ਰਹਿਰਾਸ ਸਾਹਿਬ ਸੁਣੋਗੇ, ਉਹਦੇ ਵਿੱਚ ਗੁਰੂ ਸਾਹਿਬ ਨੇ ਇਸ ਕਹੀ ਹੋਈ ਗੱਲ ਦੇ ਉੱਤੇ ਇੱਕ ਹੋਰ ਗੱਲ ਕਹਿ ਦਿੱਤੀ। ਕਹਿਣ ਲੱਗੇ ਪੰਜ ਨਹੀਂ,
ਗਿਣ ਹੀ ਨਹੀਂ ਸਕਦੇ ਕਿੰਨੇ ਨੇ ਸ਼ਬਦ ਉਹਦੇ। ਸੋਦਰ ਤੇਰਾ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ, ਵਾਜੇ ਤੇਰੇ ਨਾਦ ਅਨੇਕ ਅਸੰਖਾ। ਅਸੰਖ ਦਾ ਮਤਲਬ ਕੀ ਹੈ? ਗਿਣੇ ਨਹੀਂ ਜਾ ਰਹੇ ਕਿੰਨੇ ਕੁ ਸਾਜ਼ ਨੇ, ਕਿੰਨੇ ਕੁ ਸੰਗੀਤ ਨੇ। ਪੰਜ ਤਾਂ ਵੈਸੇ ਕਹੇ, ਕਿਉਂਕਿ ਇਹ ਪੰਜ ਪੁਰਾਣੀ ਜਿਹੜੀ ਸੱਭਿਅਤਾ ਸੀ ਹਿੰਦੁਸਤਾਨ ਦੀ, ਉਹਦੇ ਵਿੱਚ ਪੰਜਾਂ ਦਾ ਜ਼ਿਕਰ ਆਉਂਦਾ ਸੀ, ਉਹਨਾਂ ਦੇ ਨਾਮ ਹੀ ਗਿਣੇ ਹੋਏ ਨੇ ਉਹਦੇ ਵਿੱਚ, ਇਸ ਤਰ੍ਹਾਂ ਦੀ ਆਵਾਜ਼ ਹੈ। ਪਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਜਿਹੜਾ ਆਪਣਾ ਸਿਧਾਂਤ ਅੱਗੇ ਖੋਲ ਕੇ ਦਿੰਦੇ, ਉਹ ਕਹਿੰਦੇ ਵਾਜੇ ਨਾਦ ਅਨੇਕ ਅਸੰਖਾ, ਕੀਤੇ ਤੇਰੇ ਬਾਵਨ ਹਾਰੇ। ਬੜੇ ਨੇ। ਤਾਂ ਸਿੱਖ ਨੇ ਇਹਨਾਂ ਵਾਜਿਆਂ ਦੇ ਪਿੱਛੇ ਨਹੀਂ ਪੈਣਾ, ਤੇ ਨਾ ਰੋਸ਼ਨੀਆਂ ਦੀ ਉਹਨੂੰ ਕੋਈ ਪਰਵਾਹ ਹੈ। ਉਹ ਇੱਕ ਤੋਂ ਬਿਨਾਂ ਕਿਸੇ ਹੋਰ ਚੀਜ਼ ਨਾਲ ਪਿਆਰ ਨਹੀਂ ਕਰਦਾ। ਉਹਨੂੰ ਨਹੀਂ ਜ਼ਰੂਰਤ ਕਿਸੇ ਇਸ ਤਰ੍ਹਾਂ ਦੇ ਵਾਜੇ ਵੱਜਣ ਦੀ। ਵੱਜ ਜਾਣਗੇ ਤਾਂ ਵੀ ਠੀਕ ਹੈ, ਨਾ ਵੱਜਣਗੇ ਤੇ ਕਲਗੀਆਂ ਵਾਲੇ ਨੇ ਨਗਾਰਾ ਦਿੱਤਾ ਹੋਇਆ, ਆਪ ਵਜਾ ਲਵਾਂਗੇ ਹੱਥਾਂ ਨਾਲ। ਗੁਰਸਿੱਖੀ ਦਾ ਮਤਲਬ ਹੈ ਜਿੱਥੇ ਇੱਕ ਦੀ ਗੱਲ ਜ਼ਿਆਦਾ ਹੈ, ਬਾਕੀ ਤੇ ਉਸ ਇੱਕ ਦੇ ਸਾਰੇ ਆਲੇ ਦੁਆਲੇ ਘੁੰਮਣ ਵਾਲੀਆਂ ਚੀਜ਼ਾਂ ਨੇ। ਜੋ ਇੱਕ ਤੱਕ ਨਹੀਂ ਗਿਆ, ਰਾਹ ਵਾਲੀਆਂ ਚੀਜ਼ਾਂ ਉਹਦਾ ਕੁਝ ਨਹੀਂ ਸਵਾਰ ਸਕਦੀਆਂ। ਤਾਂ ਮੈਂ ਤਿੰਨ ਰੂਪ ਤੁਹਾਡੇ ਨਾਲ ਸਾਂਝੇ ਕਰ ਰਿਹਾ ਸੀ ਸ਼ਬਦ ਦੇ। ਪਹਿਲਾ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਜਿਵੇਂ ਜਪਜੀ ਸਾਹਿਬ ਲਿਖਿਆ ਹੈ। ਤੁਸੀਂ ਉਸ ਪੋਥੀ ਨੂੰ ਚੁੱਕ ਕੇ ਇੱਕ ਥਾਂ ਤੋਂ ਦੂਜੇ ਥਾਂ ਤੇ ਲੈ ਕੇ ਜਾ ਸਕਦੇ ਹੋ। ਸ਼ਬਦ ਦਾ ਦੂਜਾ ਰੂਪ ਜਿਹੜਾ ਹੈ ਉਹ ਚੁੱਕਿਆ ਨਹੀਂ ਜਾ ਸਕਦਾ, ਫੜਿਆ ਨਹੀਂ ਜਾ ਸਕਦਾ। ਜੇ ਬੋਲਦੇ ਹੋ ਤੇ ਪੈਦਾ ਹੁੰਦਾ ਹੈ, ਜੇ ਚੁੱਪ ਕਰ ਜਾਂਦੇ ਹੋ ਅਲੋਪ ਹੋ ਜਾਂਦਾ ਹੈ। ਦੂਜਾ ਰੂਪ ਹੈ। ਤੀਜਾ ਰੂਪ ਬਿਲਕੁਲ ਸੂਖਸ਼ਮ ਹੈ, ਉਹਦੀ ਵਿਆਖਿਆ ਹੀ ਕੋਈ ਨਹੀਂ। ਉਹ ਸਿਰਫ ਮਾਣਿਆ ਜਾ ਸਕਦਾ ਹੈ, ਉਹਨੂੰ ਕਿਹਾ ਨਹੀਂ ਜਾ ਸਕਦਾ। ਇਹ ਤਿੰਨ ਨੇ। ਔਰ ਜੇ ਇਹਨਾਂ ਨੂੰ ਹੋਰ ਸਮਝਣਾ ਹੋਵੇ, ਇਹਨਾਂ ਨੂੰ ਇਉਂ ਲਾ ਸਕਨੇ ਆ ਜਿਵੇਂ ਪਹਿਲੇ ਨੰਬਰ ਤੇ ਹਵਾ ਹੈ, ਹਵਾ ਦੇ ਵਿੱਚ ਪਾਣੀ ਹੈ, ਤੇ ਪਾਣੀ ਦੇ ਵਿੱਚ ਬਰਫ਼ ਹੈ। ਧਿਆਨ ਦਿਓ, ਆ ਜਿਹੜੀ ਹਵਾ ਵਹਿ ਰਹੀ ਹੈ ਨਾ, ਇਹਦੇ ਵਿੱਚ ਪਾਣੀ ਹੈ। ਤੁਸੀਂ ਕਹੋ ਵੀ ਹਵਾ ਨੂੰ ਗਲਾਸ ਵਿੱਚ ਪਾਉਣਾ ਹੈ, ਉਹਦੇ ਵਿੱਚ ਨਹੀਂ ਪਏਗੀ, ਉਹ ਨਿਕਲ ਜਾਏਗੀ, ਸਰਕ ਜਾਏਗੀ। ਜਿਹੜਾ ਉਹਦਾ ਵਿਆਪਕ ਰੂਪ ਹੈ, ਜਿਹਨੂੰ ਗੁਰੂ ਸਾਹਿਬ ਨੇ ਕਿਹਾ ਪਵਨ ਗੁਰੂ, ਪਵਨ ਵਰਗਾ ਹੈ। ਪਵਨ ਗੁਰੂ ਨਹੀਂ, ਹਵਾ ਗੁਰੂ ਨਹੀਂ ਕਹੀਏ ਇੱਥੇ। ਉਹ ਕੇਵਲ ਤਸ਼ਬੀਹ ਦਿੱਤੀ ਗਈ, ਉਦਾਹਰਨ ਦਿੱਤੀ ਗਈ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਰੂਪ ਹੈ ਨਾ, ਜੁਗੋ ਜੁਗ ਅਟਲ, ਉਹ ਹਵਾ ਵਰਗਾ ਹੈ। ਉਹਨੂੰ ਤੁਸੀਂ ਕਿਸੇ ਹੱਥ ਵਿੱਚ ਨਹੀਂ ਫੜ ਸਕਦੇ, ਕੋਈ ਉਹਨੂੰ ਕਤਲ ਨਹੀਂ ਕਰ ਸਕਦਾ। ਤਾਂ ਹੀ ਤੇ ਆਪਾਂ ਇੱਕ ਗੱਲ ਵਾਰ-ਵਾਰ ਕਹਿੰਦੇ ਆ ਕਿ ਕੁਝ ਲੋਕਾਂ ਦੀ, ਕੁਝ ਗੁਰਸਿੱਖਾਂ ਦੀ, ਸ਼ਹੀਦਾਂ ਦੀ ਸ਼ਹਾਦਤ ਇਸ ਤਰ੍ਹਾਂ ਦੀ ਹੈ, ਜਿਵੇਂ ਭਾਈ ਮਣੀ ਸਿੰਘ ਜੀ ਦੇ ਬੰਦ-ਬੰਦ ਕੱਟੇ ਗਏ, ਇੱਥੋਂ ਪੋਰੀਆਂ ਤੋਂ ਕੱਟਿਆ ਗਿਆ। ਤਾਂ ਕੱਟਣ ਦਾ ਕਾਰਨ ਕੀ ਸੀ ਕਿ ਇਹਨਾਂ ਦੇ ਅੰਦਰ ਜਿਹੜਾ ਗੁਰੂ ਦਾ ਪਿਆਰ ਹੈ ਨਾ, ਬਾਣੀ ਦੇ ਰੂਪ ਵਿੱਚ ਉਹਦੇ ਟੁਕੜੇ ਕਰ ਦਿਓ, ਪਰ ਉਹਦੇ ਟੁਕੜੇ ਹੋ ਨਹੀਂ ਸਕਦੇ। ਕੋਈ ਆਦਮੀ ਇੱਥੇ ਤਲਵਾਰ ਲੈ ਕੇ ਕਵੇ ਮੈਂ ਹਵਾ ਨੂੰ ਕੱਟ ਦੇਣਾ ਹੈ, ਮੂਰਖ ਕਹਿ ਸਕਨੇ, ਹਵਾ ਕੱਟੀ ਜਾ ਸਕਦੀ ਹੈ, ਉਹ ਥੱਕ ਜਾਏਗਾ ਤਲਵਾਰ ਚਲਾ ਚਲਾ ਕੇ। ਕੋਈ ਬੰਦਾ ਕਹੇ ਮੈਂ ਗੁਰੂ ਦੇ ਪਿਆਰ ਨੂੰ ਕੱਟ ਦੇਣਾ ਹੈ, ਉਹ ਤਾਂ ਮੂਰਖ ਹੈ, ਨਹੀਂ ਕੱਟਿਆ ਜਾ ਸਕਦਾ। ਤਾਂ ਪਹਿਲਾ ਰੂਪ ਜਿਹੜਾ ਪਵਨ ਵਰਗਾ ਹੈ, ਪਵਨ ਗੁਰੂ। ਜਿਹੜਾ ਦੂਜਾ ਰੂਪ ਹੈ ਨਾ ਗੁਰੂ ਦਾ, ਜਿਹੜਾ ਬੋਲਿਆ ਜਾ ਰਿਹਾ ਸ਼ਬਦ ਦਾ, ਜਿਹਨੂੰ ਮੈਂ ਕਿਹਾ ਸੀ ਕਿ ਜਦੋਂ ਬੋਲੀਏ ਉਦੋਂ ਬਣਦਾ ਹੈ, ਚੁੱਪ ਕਰ ਜੀ ਅਲੋਪ ਹੋ ਜਾਂਦਾ, ਉਹ ਪਾਣੀ ਵਰਗਾ ਹੈ। ਉਹਦੇ ਵਿੱਚ ਥੋੜਾ ਜਿਹਾ ਅਸੀਂ ਉਹਨੂੰ ਹੱਥ ਵਿੱਚ ਫੜ ਸਕਨੇ ਹਾਂ। ਪਾਣੀ ਦੀ ਵਰਤੋਂ ਗਲਾਸ ਵਿੱਚ ਪਾ ਲਓ, ਭਾਂਡੇ ਵਿੱਚ ਪਾ ਕੇ ਇੱਕ ਥਾਂ ਤੋਂ ਦੂਜੇ ਥਾਂ ਤੇ ਲੈ ਜਾਓ, ਜਾਂ ਇਉਂ ਕਹੋ ਵੀ ਤੁਸੀਂ ਪੈਨ ਡਰਾਈਵ ਵਿੱਚ ਭਰੋ, ਕੈਸਟ ਵਿੱਚ ਪਾ ਲਓ, ਪਰ ਉਹਦੀ ਤਸਵੀਰ ਨਹੀਂ ਤੁਸੀਂ ਖਿੱਚ ਸਕਦੇ ਸ਼ਬਦ ਦੇ ਸਰੂਪ ਦੀ। ਤੁਸੀਂ ਕਹੋ ਕਿ ਅਸੀਂ ਇਹਦੀ ਤਸਵੀਰ ਖਿੱਚਣੀ ਹੈ, ਇੱਧਰ ਇੱਕ ਬੰਦਾ ਬੋਲਦਾ ਹੈ, ਉਸ ਬੰਦੇ ਦੀ ਫੋਟੋ ਆ ਜਾਏਗੀ, ਉਹਦੀ ਆਵਾਜ਼ ਦੀ ਫੋਟੋ ਨਹੀਂ ਆਵੇਗੀ, ਕਦੀ ਨਹੀਂ ਆਈ।
ਉਹ ਵੱਖਰਾ ਸਿਸਟਮ ਹੈ। ਇਸ ਕਰਕੇ ਉਹਨੂੰ ਵੱਖਰਾ ਸਿਸਟਮ ਦੇਣਾ ਪੈਂਦਾ ਆਵਾਜ਼ ਨੂੰ ਕੈਚ ਕਰਨ ਵਾਸਤੇ। ਉਹ ਫੋਟੋ ਦਾ ਵਿਸ਼ਾ ਨਹੀਂ, ਦਿਸਣ ਦਾ ਵਿਸ਼ਾ ਨਹੀਂ ਹੈ। ਤਾਂ ਜਿਹੜਾ ਤੀਜਾ ਰੂਪ ਹੈ, ਫਿਰ ਤੁਸੀਂ ਉਸ ਆਵਾਜ਼ ਨੂੰ, ਸ਼ਬਦ ਨੂੰ, ਉਸ ਪਾਣੀ ਨੂੰ ਕਰ ਦਿਓ ਫਰਿੱਜ ਵਿੱਚ ਰੱਖ ਦਿਓ। ਫਰਿੱਜ ਉਹਨੂੰ ਬਰਫ਼ ਬਣਾ ਦੇਗੀ, ਟੁਕੜਾ ਬਣਾ ਦੇਗੀ। ਹੁਣ ਟੁਕੜੇ ਨੂੰ ਤੁਸੀਂ ਫੜ ਸਕਦੇ ਹੋ, ਫੜਿਆ ਜਾ ਸਕਦਾ ਹੈ। ਉਹ ਤੀਜਾ ਰੂਪ ਹੈ ਉਸ ਹਵਾ ਦਾ। ਹਵਾ ਨਹੀਂ ਸੀ ਵੇਖੀ ਜਾ ਸਕਦੀ, ਨਾ ਤਸਵੀਰ, ਨਾ ਸੁਣੀ ਜਾ ਸਕਦੀ, ਸਿਰਫ ਲੱਗਦੀ ਸੀ। ਇੱਕ ਗੱਲ ਆਪਾਂ ਕਹਿੰਦੇ ਸੀ, ਹਵਾ ਗਰਮ ਲੱਗ ਰਹੀ ਹੈ ਜਾਂ ਠੰਡੀ ਲੱਗ ਰਹੀ ਹੈ। ਉਹ ਲੱਗਣ ਵਾਲਿਆਂ ਦੀ ਗੱਲ ਹੈ, ਜਿਨ੍ਹਾਂ ਨੂੰ ਕੁਝ ਲੱਗਦਾ ਹੈ, ਮਹਿਸੂਸ ਹੁੰਦਾ ਹੈ। ਤਾਂ ਤੀਜਾ ਰੂਪ ਬਰਫ਼ ਨੂੰ ਤੁਸੀਂ ਫੜ ਸਕਦੇ ਹੋ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਸਵਰੂਪ ਹੈ, ਜੋ ਬਾਣੀ ਲਿਖੀ ਗਈ ਹੈ, ਗੁਟਕਾ ਸਾਹਿਬ ਹੈ, ਉਹਨੂੰ ਤੁਸੀਂ ਹੱਥਾਂ ਵਿੱਚ ਫੜ ਸਕਦੇ ਹੋ। ਇੱਕ ਥਾਂ ਤੋਂ ਦੂਜੇ ਥਾਂ ਤੇ ਲੈ ਕੇ ਜਾ ਸਕਦੇ ਹੋ। ਔਰ ਸ਼ਾਇਦ ਇੱਕ ਗੱਲ ਗੁਰੂ ਨਾਨਕ ਸਾਹਿਬ ਨੇ ਤਾਂ ਹੀ ਕਹਿ ਦਿੱਤੀ, ਗੁਰ ਦਾਤਾ ਗੁਰ ਹਿਵੈ ਘਰ। ਹਿਵੈ ਕਹਿੰਦੇ ਨੇ ਬਰਫ਼ ਨੂੰ, ਗੁਰੂ ਬਰਫ਼ ਵਰਗਾ ਹੈ। ਤਾਂ ਸ਼ਬਦ ਦਾ ਜਿਹੜਾ ਰੂਪ, ਬਾਣੀ ਦਾ ਸਰੂਪ ਪ੍ਰਗਟ ਹੋਇਆ, ਇਹ ਬਰਫ਼ ਵਰਗਾ ਹੈ। ਤਿੰਨੇ ਰੂਪ ਸਿੱਖ ਨੂੰ ਸਮਝ ਵਿੱਚ ਆਉਣੇ ਚਾਹੀਦੇ ਨੇ। ਮੈਂ ਬੇਨਤੀ ਕਰ ਰਿਹਾ ਸੀ ਕਿ ਗੁਰੂ ਅਰਜਨ ਦੇਵ ਜੀ ਨੇ ਕਿਹਾ, ਇੱਕ ਪਾਸੇ ਕਿਹਾ ਵੀ ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ। ਬੜਾ ਖਜ਼ਾਨਾ ਹੈ ਸਾਡੇ ਕੋਲ, ਕੋਈ ਅੰਤ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿੰਨਾ ਖਜ਼ਾਨਾ ਹੈ, ਕੱਲਾ ਅਧਿਆਤਮ ਦਾ ਨਹੀਂ। ਜ਼ਿੰਦਗੀ ਕਿਵੇਂ ਜਿਉਣੀ ਹੈ, ਸਮਾਜ ਵਿੱਚ ਕਿਵੇਂ ਰਹਿਣਾ ਹੈ, ਪਰਿਵਾਰ ਦੇ ਸੰਬੰਧ ਕਿਵੇਂ ਦੇ ਹੋਣੇ ਚਾਹੀਦੇ ਨੇ, ਗ੍ਰਸਤੀ ਜੀਵਨ ਕਿਵੇਂ ਦਾ ਹੋਣਾ ਚਾਹੀਦਾ ਹੈ, ਸੰਸਾਰਿਕ ਵਿਦਿਆ ਕਿਵੇਂ ਦੀ ਹੋਣੀ ਚਾਹੀਦੀ ਹੈ, ਆਰਥਿਕ ਤੌਰ ਤੇ ਬੰਦਾ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ, ਸਰੀਰ ਨੂੰ ਖੁਰਾਕ ਕਿਵੇਂ ਦੀ ਚਾਹੀਦੀ ਹੈ, ਬੰਦੇ ਨੇ ਵੇਖਣਾ ਕਿਵੇਂ ਹੈ, ਬੋਲਣਾ ਕਿਵੇਂ ਹੈ, ਸੁਣਨਾ ਕਿਵੇਂ ਹੈ, ਕੰਮ ਕਿਵੇਂ ਕਰਨਾ ਹੈ, ਤੁਰ ਕੇ ਕਿੱਧਰ ਜਾਣਾ ਹੈ, ਕੱਪੜੇ ਕਿਵੇਂ ਦੇ ਪਾਉਣੇ ਨੇ, ਸਾਰੀਆਂ ਚੀਜ਼ਾਂ ਬਿਹਤਰੀਨ ਢੰਗ ਦੇ ਨਾਲ ਕਹੀਆਂ ਗਈਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ। ਪਰ ਸਾਡੀ ਇੱਕ ਬੜੀ ਤਰਾਸਦੀ ਹੈ, ਅਸੀਂ ਕਿਹਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣਾ ਹੀ ਸਿਰਫ ਸਿੱਖ ਬਣਨਾ ਹੈ। ਇਹ ਤੇ ਸ਼ੁਰੂਆਤ ਸੀ। ਜਾਂ ਮੈਂ ਇਉਂ ਕਵਾਂ, ਮੱਥਾ ਟੇਕਣ ਦਾ ਸਵਾਦ ਤੇ ਉਦਣ ਆਏਗਾ ਜਿੱਦਣ ਆਪਣੇ ਗੁਰੂ ਨੂੰ ਵੇਖ ਲਿਆ। ਇੱਕ ਉਹ ਨਮਸਕਾਰ ਹੋਵੇਗੀ, ਅਜੇ ਹੋਰ ਹੈ। ਤੁਸੀਂ ਵਹਿੰਦੇ ਹੋ ਨਾ, ਕਈ ਵਾਰੀ ਆਪਾਂ ਕਦੀ ਕਿਸੇ ਬੰਦੇ ਅੱਗੇ ਨਹੀਂ ਸੀ ਝੁਕੇ, ਬੜੀ ਵਾਰੀ ਮਿਲਦੇ ਰਹੇ ਉਹਨੂੰ, ਬੜੀ ਵਾਰੀ ਮਿਲੇ, ਪਰ ਤੁਹਾਨੂੰ ਕੋਈ ਪੈ ਗਈ ਜ਼ਰੂਰਤ ਕਿ ਕਿਤੇ ਬਲੱਡ ਦੀ ਲੋੜ ਪੈ ਗਈ, ਮਿਲਦਾ ਨਹੀਂ ਸੀ, ਬਿਮਾਰ ਸੀ, ਤਾਂ ਉਹ ਆਦਮੀ ਆਇਆ ਆਪਣੇ ਆਪ, ਉਹਨੇ ਕਿਹਾ ਜੀ ਮੈਂ ਤੁਹਾਨੂੰ ਬਲੱਡ ਦੇ ਦੇਣਾ, ਤੁਸੀਂ ਮੇਰਾ ਲਵੋ, ਆਪ ਕਹਿ ਦਿੱਤਾ। ਜਦੋਂ ਉਹਨੇ ਦਿੱਤਾ ਨਾ ਬਲੱਡ, ਜਿਹੜੇ ਬੰਦੇ ਨੂੰ ਕਈ ਵਾਰੀ ਮਿਲੇ ਸੀ, ਫਤਿਹ ਵੀ ਸਾਂਝੀ ਨਹੀਂ ਸੀ ਕਰਦੇ, ਹੁਣ ਜਦੋਂ ਉਹਨੇ ਪਰਉਪਕਾਰ ਕੀਤਾ ਤੇ ਮਨੁੱਖ ਕਹੇਗਾ ਵੀ ਇਹਦੇ ਪੈਰਾਂ ਨੂੰ ਹੱਥ ਲਾ ਦਈਏ, ਇਹਦੇ ਅੱਗੇ ਨਮਸਕਾਰ, ਝੁਕੇਗਾ ਬੰਦਾ ਉਹਦੇ ਅੱਗੇ। ਗੁਰੂ ਗ੍ਰੰਥ ਸਾਹਿਬ ਜੀ ਤੋਂ ਜਿੱਦਣ ਕੁਝ ਮਿਲਿਆ ਨਾ, ਬਲੱਡ ਸਾਡਾ ਵੀ ਘਟ ਗਿਆ, ਵੈਸੇ ਜ਼ਿੰਦਗੀ ਦਾ, ਸਰੀਰ ਦਾ ਨਹੀਂ, ਮਨ ਦਾ ਘਟ ਗਿਆ। ਤੇ ਜੇ ਗੁਰੂ ਗ੍ਰੰਥ ਸਾਹਿਬ ਨੇ ਪਾ ਦਿੱਤੇ ਪ੍ਰਾਣ ਵਿੱਚ, ਜੀਵਨ ਦਾਨ ਦੇ ਦਿੱਤਾ, ਜਿੰਦਾ ਕਰ ਦਿੱਤਾ ਸਾਨੂੰ, ਉਹਦੇ ਤੋਂ ਬਾਅਦ ਜਦੋਂ ਫਿਰ ਸਿੱਖ ਝੁਕੇਗਾ ਨਾ, ਉਸ ਝੁਕਣ ਦਾ ਸਵਾਦ ਕੋਈ ਵੱਖਰਾ ਹੀ ਹੋਵੇਗਾ। ਉਹਦੇ ਵਿੱਚੋਂ ਨਿਕਲਿਆ ਸੀ ਜਾਪ ਸਾਹਿਬ, ਨਮਸਤੰ ਅਕਾਲੇ, ਨਮਸਤੰ ਕਿਰਪਾਲੇ, ਨਮਸਤੰ ਅਰੂਪੇ, ਵਾਰ-ਵਾਰ ਨਮਸਕਾਰ। ਨਮਸਕਾਰ ਤਾਂ ਕੋ ਲੱਖ ਬਾਰ, ਇਹ ਮਨ ਤੀਜੈ ਦੀਜੈ ਤਾਂ ਕੋ ਵਾਰ। ਇਹ ਕਿਹੜੀ ਨਮਸਕਾਰ ਹੈ? ਇਹ ਨਮਸਕਾਰ ਹੈ ਕਿ ਆਪਣੇ ਗੁਰੂ ਨੂੰ ਕੁਝ ਵੇਖਿਆ ਤੇ ਫਿਰ ਝੁਕੇ, ਝੁਕਣ ਦਾ ਸਵਾਦ ਹੀ ਹੋਰ ਆ ਗਿਆ, ਗੱਲ ਬਦਲ ਗਈ। ਇੱਕ ਗੱਲ ਹੋਰ ਹੁੰਦੀ ਹੈ, ਕੋਈ ਮਜਬੂਰੀ ਸੀ, ਲੋਕ ਵੇਖ ਰਹੇ ਸਨ, ਝੁਕਣਾ ਪੈਣਾ ਸੀ। ਤਾਂ ਅਸੀਂ ਇਹ
ਗੁਰਬਾਣੀ ਦੇ ਵਿੱਚ ਇਹਨੇ ਪਦਾਰਥ ਸਨ, ਅਸੀਂ ਜ਼ਿੰਦਗੀ ਦੇ ਰਾਹ ਵਿੱਚੋਂ ਨਹੀਂ ਲੱਭੇ, ਨਹੀਂ ਸੁਣੇ। ਸ਼ਾਇਦ ਹੁਣ ਵਿਦੇਸ਼ੀ ਲੋਕ ਪੜ੍ਹ ਪੜ੍ਹ ਕੇ ਬਾਣੀ ਨੂੰ ਇਉਂ ਪ੍ਰਤੀਤ ਹੁੰਦਾ, ਵੈਸੇ ਇਹ ਸਮਾਂ ਨੇੜੇ ਆਉਂਦਾ ਜਾਂਦਾ ਹੈ ਕਿ ਜਦੋਂ ਬਾਹਰਲੇ ਸੂਬਿਆਂ ਦੇ ਲੋਕ, ਬਾਹਰਲੇ ਦੇਸ਼ਾਂ ਦੇ ਲੋਕ ਸਿੱਖੀ ਨੂੰ ਪੜ੍ਹਨਗੇ, ਸਿੱਖੀ ਨੂੰ ਕਮਾਉਣਗੇ, ਸਿੱਖ ਬਣਨਗੇ, ਤੇ ਫਿਰ ਉਹ ਪੁੱਛਣਗੇ ਸਿੱਖੀ ਪੈਦਾ ਕਿੱਥੋਂ ਹੋਈ ਹੈ। ਫਿਰ ਪਤਾ ਲੱਗੇਗਾ ਪੰਜਾਬ ਵਿੱਚੋਂ। ਤੇ ਜਦੋਂ ਆ ਕੇ ਸਾਨੂੰ ਵੇਖਣਗੇ ਨਾ, ਫਿਰ ਉਹ ਸਾਨੂੰ ਦੱਸਣਗੇ ਭਾਈ ਸਿੱਖੀ ਇਹ ਹੁੰਦੀ ਹੈ, ਤੁਸੀਂ ਇੱਥੇ ਹੀ ਰਹਿੰਦੇ ਹੋ ਜਿੱਥੇ ਸਿੱਖੀ ਪੈਦਾ ਹੋਈ ਸੀ। ਤੁਹਾਨੂੰ ਤੇ ਇਹਦੇ ਬਾਰੇ ਕੋਈ ਬਹੁਤਾ ਲਗਾਵ ਹੀ ਹੈ ਨਹੀਂ। ਇਹ ਤੇ ਸਿੱਖ ਦੇ ਸਿਗਨਲ ਠੀਕ ਨਹੀਂ ਲੱਗਦੇ, ਪਤਾ ਨਹੀਂ ਲੱਗਦਾ ਵੀ ਸਿੱਖ ਹੈ ਕਿ ਨਾ। ਤੁਹਾਡਾ ਪਹਿਰਾਵਾ ਸਿੱਖਾਂ ਵਾਲਾ, ਨਾ ਤੁਹਾਡੀ ਬੋਲੀ ਸਿੱਖਾਂ ਵਾਲੀ, ਨਾ ਤੁਹਾਡੀ ਅੱਖ ਸਿੱਖਾਂ ਵਾਲੀ, ਨਾ ਤੁਹਾਡਾ ਖਾਣਾ ਪੀਣਾ ਸਿੱਖਾਂ ਵਾਲਾ। ਫਿਰ ਤੁਸੀਂ ਸਿੱਖ ਕਿਵੇਂ ਹੋ ਸਕਦੇ ਹੋ? ਰਾਸ਼ਨ ਕਾਰਡ ਦੇ ਸਿੱਖ ਹੋ ਜਾਂ ਗੁਰੂ ਗ੍ਰੰਥ ਸਾਹਿਬ ਦੇ ਸਿੱਖ, ਕਿਹਦੇ ਹੋ? ਤਾਂ ਉਹ ਸਾਡੇ ਤੋਂ ਜਵਾਬ ਮੰਗਣਗੇ, ਜ਼ਰੂਰ ਮੰਗਣਗੇ। ਜਿਵੇਂ ਦੀ ਸਾਡੀ ਹਾਲਾਤ ਬਣਦੀ ਜਾ ਰਹੀ ਏ ਕਿ ਅਸੀਂ ਆਪਣੇ ਗੁਰੂ ਨੂੰ ਮਖੌਲ ਕਰ ਰਹੇ ਹਾਂ ਦਿਨ ਰਾਤ ਵੀ ਪਾਠ ਵੀ ਤੁਹਾਡੇ ਹੀ ਕਰਾਉਣਾ ਤੇ ਆਖੇ ਤੁਹਾਡੇ ਨਹੀਂ ਲੱਗਣਾ, ਤਾਂ ਇੱਕ ਦਿਨ ਜਵਾਬ ਤੇ ਦੇਣਾ ਹੀ ਪਏਗਾ ਨਾ, ਜਵਾਬ ਦੇਣਾ ਪਏਗਾ ਜ਼ਰੂਰ। ਤਾਂ ਜੇ ਆਪਾਂ ਯਤਨ ਕੀਤਾ ਤਾਂ ਉਹ ਜਵਾਬ ਦੇਣ ਤੋਂ ਬਚ ਸਕਨੇ। ਗੁਰੂ ਗ੍ਰੰਥ ਸਾਹਿਬ ਜੀਵਨ ਜਾਚ ਦੇ ਨਾਲ ਭਰਪੂਰ ਖਜ਼ਾਨਾ ਹੈ। ਵੇਦ ਨਾ ਬਣਾ ਦਈਏ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿ ਪੜ੍ਹਨਾ ਕਿਸੇ ਪੁਜਾਰੀ ਨੇ। ਇਹ ਤਾਂ ਸਿੱਖ ਦਾ ਇਉਂ ਕਹਿ ਲਓ ਜੀਵਨ। ਇੱਕ ਮਹਾਂਪੁਰਸ਼ ਹੋਏ ਨੇ ਬੜੇ ਪਿਆਰ ਵਾਲੇ, ਕਿਤੇ ਮੈਂ ਕਥਾ ਕਰ ਰਿਹਾ ਸੀ, ਉਹਨਾਂ ਨੇ ਸੁਣੀ, ਸੁਖਮਣੀ ਸਾਹਿਬ ਦੀ ਉਹ ਕਥਾ ਸੀ, ਮੈਨੂੰ ਕਿਤੇ ਮਿਲ ਪਏ ਤੇ ਉਹਨਾਂ ਦਾ ਜੀਵਨ ਸੀ ਜਿਵੇਂ ਦਾ ਰੰਗ ਹੱਸੈ ਰੰਗ ਰੋਮੈ ਚੁੱਪ ਵੀ ਕਰ ਜਾਏ। ਕਿਤਾਬਾਂ ਨਹੀਂ ਸਨ ਪੜ੍ਹੀਆਂ ਉਹਨਾਂ ਸਾਡੇ ਵਾਂਗੂ, ਉਹਨਾਂ ਆਪਣੀ ਜ਼ਿੰਦਗੀ ਨੂੰ ਅੰਦਰੋਂ ਪੜ੍ਹਿਆ ਸੀ। ਮੈਨੂੰ ਕਹਿਣ ਲੱਗੇ ਸੁਖਮਣੀ ਸਾਹਿਬ ਦੇ ਅਰਥ ਮੈਂ ਦੱਸਾਂ ਜਾਂ ਤੂੰ ਸੁਣਾ? ਮੈਂ ਕਿਹਾ ਜੀ ਮੈਂ ਤਾਂ ਜਿੰਨੇ ਪੜ੍ਹੇ ਨੇ ਉਹ ਹੀ ਸੁਣਾ ਸਕਣਾ। ਕਹਿਣ ਲੱਗੇ ਨਹੀਂ, ਇੱਕ ਪੰਕਤੀ ਵਿੱਚ ਸੁਣਾਉਣੇ ਨੇ, ਇੱਕੋ ਪੰਕਤੀ ਵਿੱਚ। ਬਈ ਸੁਖਮਣੀ ਸਾਹਿਬ ਦੀਆਂ 24 ਅਸ਼ਟਪਦੀਆਂ, 24 ਸ਼ਲੋਕ, ਇੱਕ ਰਹਾਉ ਦੀ ਪੰਕਤੀ ਹੈ। ਇਸ ਸਾਰੇ ਨੂੰ ਮੈਨੂੰ ਸੁਣਾਓ ਇੱਕ ਪੰਕਤੀ ਵਿੱਚ, 4-5 ਅੱਖਰਾਂ ਵਿੱਚ। ਮੈਂ ਫਿਰ ਆਪਣੀ ਗੱਲ ਕਹੀ ਜੀ, ਜਿਵੇਂ ਅਸੀਂ ਕਹਿੰਦੇ ਹਾਂ ਵੀ ਰਹਾਉ ਦੀ ਤੁਕ ਵਿੱਚ ਨਿਚੋੜ ਹੁੰਦਾ ਜੀ। ਕਹਿੰਦੇ ਇਹ ਨਹੀਂ ਗੱਲ, ਇਹ ਤੁਹਾਡੀਆਂ ਵਿਦਵਾਨਾਂ ਦੀਆਂ ਗੱਲਾਂ ਨੇ, ਉੱਥੇ ਅਗਾਂਹ ਜਾ ਕੇ ਕੋਈ ਨਹੀਂ ਚੱਲਦੀਆਂ। ਮੈਂ ਕਿਹਾ ਜੀ ਫਿਰ ਤੁਸੀਂ ਦੱਸ ਦਿਓ, ਮੈਨੂੰ ਨਹੀਂ ਆਉਂਦੇ। ਬਸ ਗੱਲ ਇੱਥੇ ਖੜੀ ਹੈ, ਬੰਦਾ ਮੰਨਦਾ ਨਹੀਂ ਵੀ ਮੈਨੂੰ ਨਹੀਂ ਆਉਂਦੇ। ਔਰ ਇਹ ਗੁਰੂ ਇਸ ਤਰ੍ਹਾਂ ਦਾ ਉਹ ਉਡੀਕਦਾ ਹੈ ਵੀ ਜਿੱਦਣ ਬੰਦਾ ਕਵੇ ਮੈਨੂੰ ਨਹੀਂ ਆਉਂਦੇ ਤੇ ਉਦਣ ਇਹਨੂੰ ਦੱਸਾਂ। ਗੱਲ ਇੱਥੇ ਖੜ ਗਈ। ਕਹਿਣ ਲੱਗੇ ਫਿਰ ਸੁਣ, ਮੇਰੇ ਕੋਲ ਟਾਈਮ ਨਹੀਂ, ਮੈਂ ਜਾਣਾ ਹੈ। ਕੀ ਨੇ ਅਰਥ ਸੁਖਮਣੀ ਸਾਹਿਬ ਦੇ? ਉਹਨਾਂ ਨੇ ਸ਼ਬਦ ਵਰਤੇ, ਆਵਾਜ਼ ਵੀ ਕਿਸੇ ਹੋਰ ਦੁਨੀਆ ਦੀ ਸੀ ਤੇ ਲਫ਼ਜ਼ ਬੜੇ ਚੋਟ ਮਾਰਨ ਵਾਲੇ। ਕਹਿਣ ਲੱਗੇ ਸੁਖਮਣੀ ਸਾਹਿਬ ਗੁਰੂ ਅਰਜਨ ਦੇਵ ਜੀ ਦੀਆਂ ਆਂਦਰਾਂ ਹਨ। ਇਹ ਨੇ ਅਰਥ ਇਹਦੇ, ਉਹਨਾਂ ਦੇ ਵਿੱਚੋਂ ਨਿਕਲੀ ਹੈ ਸੁਖਮਣੀ ਸਾਹਿਬ। ਮੈਂ ਕਿਹਾ ਜੀ ਇਹ ਅਰਥ? ਕਹਿਣ ਲੱਗੇ ਹੁਣ ਟਾਈਮ ਮੇਰੇ ਕੋਲ ਹੋਰ ਥੋੜਾ ਹੈ, ਜਾਂਦਾ ਜਾਂਦਾ ਤੈਨੂੰ ਹੋਰ ਦੱਸ ਦਿਆਂ। ਜਿਸ ਬੰਦੇ ਦੀਆਂ ਆਂਦਰਾਂ ਵਿੱਚ ਤੁਰ ਗਈ ਸੁਖਮਣੀ ਸਾਹਿਬ, ਉਹਨੂੰ ਸਮਝ ਆਏਗੀ ਇਹ ਕੀ ਹੈ। ਰਸਨਾ ਤੱਕ ਸੀਮਤ ਨਾ ਰਵੇ। ਇੰਨੀ ਕਹਿ ਕੇ ਉਹ ਚਲੇ ਗਏ। ਜਿਨ੍ਹਾਂ ਨੇ ਇਸ ਬਾਣੀ ਨੂੰ ਕਮਾਇਆ ਹੈ, ਗਲੇ ਤੋਂ ਥੱਲੇ ਲੈ ਕੇ ਗਏ ਨੇ। ਤਾਂ ਗੁਰਬਾਣੀ ਜੀਵਨ ਜਾਚ ਸੀ। ਸਤਿਗੁਰੂ ਨੇ ਕਿਹਾ ਖਿਨ ਰਮ ਗੁਰ ਗਮ। ਜੇ ਕਿਸੇ ਦਾ ਮਨ ਇੱਕ ਖਿਣ ਲਈ ਬਾਣੀ ਨਾਲ ਜੁੜ ਜਾਏ, ਬਾਣੀ ਉਹਨੂੰ ਗੁਰੂ ਤੱਕ ਖਿੱਚ ਕੇ ਲੈ ਜਾਂਦੀ ਏ। ਰੰਗ ਰੰਗੀ ਕਰਤਾਰੀ ਰੇ, ਇਹ ਕਰਤਾਰ ਦੇ ਰੰਗ ਵਿੱਚ ਰੰਗ ਦਿੰਦੀ ਹੈ ਉਸ ਮਨੁੱਖ ਨੂੰ ਜਿਹੜਾ ਇਹਦੇ ਨਾਲ ਜੁੜ ਜਾਂਦਾ ਹੈ।
ਗੁਰੂ ਅੰਗਦ ਦੇਵ ਪਾਤਸ਼ਾਹ ਜੀ ਕਹਿੰਦੇ ਅੰਮ੍ਰਿਤ ਬਾਣੀ ਤਤ ਵਖਾਣੀ। ਇਹ ਬਾਣੀ ਅੰਮ੍ਰਿਤ ਸਵਰੂਪ ਹੈ ਤੇ ਜ਼ਿੰਦਗੀ ਦਾ ਤਤ ਇਹਦੇ ਅੰਦਰ ਹੈ। ਗਿਆਨ ਧਿਆਨ ਵਿੱਚ ਆਈ। ਇਹ ਬਾਣੀ ਜਦੋਂ ਉਚਾਰੀ ਗਈ ਹੈ, ਉਚਾਰਨ ਕਰਤਾ ਜਿਹੜੇ ਸਨ ਗਿਆਨ ਤੇ ਧਿਆਨ ਦੇ ਵਿੱਚ ਜੁੜੇ ਹੋਏ ਸਨ, ਸ਼ਬਦ ਵਿੱਚ ਉਹਨਾਂ ਦਾ ਧਿਆਨ ਸੀ। ਗੁਰਮੁਖ ਆਖੀ, ਇਹ ਬਾਣੀ ਗੁਰੂ ਦੇ ਮੁਖ ਤੋਂ ਨਿਕਲੀ ਹੈ, ਗੁਰੂ ਦੀ ਅਵਸਥਾ ਵਿੱਚੋਂ ਆਈ ਹੈ। ਗੁਰਮੁਖ ਜਾਤੀ, ਤੇ ਇਸ ਬਾਣੀ ਦੀ ਸਮਝ ਜਾਤੀ ਦਾ ਅਰਥ ਹੈ ਪਹਿਚਾਨਣਾ। ਉਸ ਬੰਦੇ ਨੂੰ ਆ ਸਕਦੀ ਹੈ ਜਿਹਦੇ ਤੇ ਗੁਰੂ ਕਿਰਪਾ ਕਰਕੇ ਕਿਸੇ ਮਨੁੱਖ ਨੂੰ ਆਪਣੇ ਵਾਲੀ ਅਵਸਥਾ ਵਿੱਚ ਲੈ ਜਾਏ, ਆਪਣੇ ਵਾਲੀ ਥਾਂ ਤੇ ਖਿੱਚ ਕੇ ਲੈ ਜਾਏ, ਨਹੀਂ ਤੇ ਹੋਰ ਨਹੀਂ ਸਮਝ ਆਏਗੀ। ਗੁਰਮੁਖ ਆਖੀ ਗੁਰਮੁਖ ਜਾਤੀ ਸੁਰਤੀ ਕਰਮ ਧਿਆਈ। ਤੇ ਜਿਹੜਾ ਬੰਦਾ ਇਹਨਾਂ ਤਿੰਨ ਚੀਜ਼ਾਂ ਦੇ ਨਾਲ ਬਾਣੀ ਪੜ੍ਹਦਾ ਹੈ, ਸੁਰਤੀ ਨਾਲ, ਸੁਰਤੀ ਦਾ ਅਰਥ ਧਿਆਨ ਨਾਲ। ਵੈਸੇ ਧਿਆਨ ਦਾ ਇੱਕ ਰਸਪੂਰਕ ਹਿੱਸਾ ਹੈ ਸੁਰਤ। ਇਹ ਸ਼ਬਦ ਵੱਖਰੇ ਵੱਖਰੇ ਤਾਂ ਉਚਾਰੇ ਨੇ ਕਿ ਇਹਨਾਂ ਦਾ ਸਰੂਪ ਤਬਦੀਲ ਹੁੰਦਾ ਹੈ। ਜਿਵੇਂ ਆਪਾਂ ਕਹਿੰਦੇ ਹਾਂ ਆਦਮੀ ਚਾਹ ਪੀਂਦਾ, ਦੁੱਧ ਉਹ ਪਹਿਲਾਂ ਪਕੜਦਾ ਹੈ, ਜ਼ਿਆਦਾ ਗਰਮ ਹੈ ਉਦੋਂ ਉਹਦਾ ਸਵਾਦ ਹੋਰ ਹੈ। ਜਦੋਂ ਉਹਦਾ ਥੋੜਾ ਜਿਹਾ ਤਾਪਮਾਨ ਘਟਦਾ ਹੈ, ਤੁਸੀਂ ਵੇਖੋਗੇ ਉਹਦਾ ਪੀਣ ਦਾ ਸਵਾਦ ਬਦਲ ਗਿਆ। ਜੇ ਉਹਨੂੰ ਤੁਸੀਂ ਬਿਲਕੁਲ ਠੰਡਾ ਕਰਨਾ ਹੈ ਤਾਂ ਉਹਦਾ ਸਵਾਦ ਹੋਰ ਹੋ ਜਾਏਗਾ। ਹੈ ਇੱਕੋ ਹੀ ਚੀਜ਼ ਬੰਦੇ ਦੇ ਅੰਦਰ, ਧਿਆਨ ਜਿਹੜਾ ਹੈ ਅੰਤਿਸ਼ਕਰਨ, ਪਰ ਇਹਦੇ ਰੂਪ ਬਦਲ ਜਾਂਦੇ ਨੇ ਜਿਉਂ ਜਿਉਂ ਕਿਸੇ ਅਵਸਥਾ ਵਿੱਚ ਆਉਂਦਾ। ਸੁਰਤ ਦੇ ਨਾਲ ਜਿਨ੍ਹੇ ਬਾਣੀ ਪੜ੍ਹੀ, ਤੇ ਕਰਮ ਦਾ ਅਰਥ ਹੈ ਬਖਸ਼ਿਸ਼ ਦੀ ਉਡੀਕ ਵੀ ਕੀਤੀ, ਨਾਲ ਆਪਣੀ ਮਿਹਨਤ ਤੇ ਬਹੁਤਾ ਵਿਸ਼ਵਾਸ ਨਾ ਕੀਤਾ, ਬਖਸ਼ਿਸ਼ ਦੀ ਉਡੀਕ ਵੀ ਕੀਤੀ। ਧਿਆਈ, ਧਿਆਨ ਵੀ ਲਾਇਆ ਉਹਦੇ ਅੰਦਰ। ਫਿਰ ਇਹ ਬਾਣੀ ਉਹਦੇ ਜੀਵਨ ਦੇ ਵਿੱਚ ਇਹ ਸਮਝ ਬਖਸ਼ਿਸ਼ ਕਰਦੀ ਏ ਕਿ ਹੁਕਮ ਸਾਜ ਹੁਕਮੈ ਵਿੱਚ ਰੱਖੈ, ਹੁਕਮੈ ਅੰਦਰ ਵੇਖੈ। ਅਕਾਲ ਪੁਰਖ ਇਸ ਧਰਤੀ ਦੇ ਸਾਰੇ ਲੋਕਾਂ ਨੂੰ ਹੁਕਮ ਵਿੱਚ ਸਾਜਦਾ ਹੈ, ਹੁਕਮ ਵਿੱਚ ਰੱਖਦਾ ਹੈ ਤੇ ਹੁਕਮ ਦੁਆਰਾ ਵੇਖਦਾ ਰਹਿੰਦਾ ਹੈ। ਨਾਨਕ ਅੱਗੋਂ ਹਉਮੈ ਟੁੱਟੈ। ਜੇ ਕਿਸੇ ਮਨੁੱਖ ਦੀ ਗੁਰੂ ਦੇ ਅੱਗੇ ਹਉਮੈ ਟੁੱਟ ਜਾਏ, ਹਉਮੈ ਨੂੰ ਤੋੜ ਕੇ ਬਾਣੀ ਨੂੰ ਸਮਝੇ, ਤੋੜ ਕੇ ਪੜ੍ਹੇ, ਤਾਂ ਕੋ ਲਿਖਿਆ ਲੇਖੈ, ਤਾਂ ਇਹ ਪੜ੍ਹੀ ਹੋਈ ਬਾਣੀ ਲੇਖੇ ਵਿੱਚ ਪੈਂਦੀ ਹੈ। ਜਿਵੇਂ ਆਪਾਂ ਕਹਿੰਦੇ ਆ ਨਾ, ਕਲਮ ਚੱਲ ਰਹੀ ਹੈ, ਇੱਕ ਪਾਸੇ ਤਾਂ ਚੱਲੇ ਤੇ ਕਾਰਬਨ ਖਰਾਬ ਹੈ, ਦੂਸਰੇ ਪੇਜ ਤੇ ਨਹੀਂ ਲਿਖਿਆ ਜਾਂਦਾ। ਜਿਵੇਂ ਕਈ ਵਾਰੀ ਇਧਰੋਂ ਬੰਦਾ ਫੈਕਸ ਕਰਦਾ ਹੈ, ਇਧਰ ਕਾਗਜ਼ ਪਾ ਦਿੱਤਾ, ਅੱਗੇ ਨਹੀਂ ਜਾ ਰਿਹਾ। ਸਿੱਖ ਦੇ ਜੀਵਨ ਦੇ ਵਿੱਚ ਬਾਣੀ ਲਿਖੀ ਜਾ ਰਹੀ ਹੈ ਕਿ ਨਹੀਂ, ਇਹ ਬਾਹਰਲਾ ਧਾਗਾ ਤੇ ਚਲੀ ਜਾ ਰਿਹਾ ਰਸਨਾ ਦਾ, ਅੰਦਰ ਲੇਖੇ ਵਿੱਚ ਵੀ ਕੁਝ ਪਿਆ ਹੈ ਕਿ ਨਹੀਂ, ਇਹ ਤਾਂ ਪਏਗਾ ਜੇ ਹਉਮੈ ਟੁੱਟ ਜਾਏ। ਇਸ ਬਾਣੀ ਦੀ ਮਹਿਮਾ ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਹੀ ਕੀਤੀ। ਆਓ ਇੱਕ ਪੰਕਤੀ ਪੜ੍ਹ ਕੇ ਸਮਾਪਤੀ ਕਰੀਏ। ਸਾਰਿਆਂ ਨੇ ਉੱਚੀ ਆਵਾਜ਼ ਵਿੱਚ ਕਿਰਪਾ ਕਰਨੀ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਅੰਮ੍ਰਿਤ ਬਾਣੀ ਅੰਮ੍ਰਿਤ ਬਾਣੀ ਹਰ ਹਰ ਤੇਰੀ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਅੰਮ੍ਰਿਤ ਬਾਣੀ ਸੁਣ ਸੁਣ ਹੋਵੇ ਪਰਮ ਗਤ ਮੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ, ਸੁਣ 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 ਹੋਵੇ ਪਰਮ ਗਤ ਮੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ।
जलन बुझी शीतल हुए मनुआ, जलन बुझी शीतल हुए मनुआ, जलन बुझी सतगुर का दर्शन पाए जियो, सतगुर का दर्शन पाए जियो, सतगुर का अमृत बाणी हर हर ते